ਪ੍ਰਾਈਮ ਏਸ਼ੀਆ ਟੈਲੀਵਿਜ਼ਨ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਆ ਜੀ। ਪ੍ਰੋਗਰਾਮ ਪ੍ਰਾਈਮ ਚਰਚਾ ਲੈ ਕੇ ਮੈਂ ਜੋਗਰਾਜ ਸਿੰਘ ਕਾਲੋਂ ਹਾਜ਼ਰ ਹਾਂ। ਅੱਜ ਦਾ ਪ੍ਰੋਗਰਾਮ ਪ੍ਰਾਈਮ ਚਰਚਾ ਇੱਕ ਖਾਸ ਪ੍ਰੋਗਰਾਮ ਹੋਣ ਵਾਲਾ ਆ, ਕਿਉਂਕਿ ਅਸੀਂ ਪਿਛਲੇ ਪ੍ਰੋਗਰਾਮ 'ਚ ਪਿਛਲੇ ਹਫਤੇ ਬਾਬਾ ਬੰਦਾ ਸਿੰਘ ਬਹਾਦਰ ਦੇ 350 ਜਨਮ ਦਿਨ ਦੇ ਉੱਤੇ ਇੱਕ ਲੜੀ ਸ਼ੁਰੂ ਕੀਤੀ ਸੀ, ਜਿਸ ਵਿੱਚ ਪਿਛਲੇ ਪ੍ਰੋਗਰਾਮ 'ਚ ਅਸੀਂ ਮੇਨ ਗੱਲਾਂ ਕੁਝ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਤੁਹਾਡੇ ਸਾਹਮਣੇ ਰੱਖੀਆਂ ਸੀ। ਤੇ ਅਸੀਂ ਹੁਣ ਕੋਸ਼ਿਸ਼ ਕਰਾਂਗੇ ਕਿ ਹਰ ਹਫਤੇ ਇੱਕ ਲੜੀ ਲੈ ਕੇ ਆਈਏ, ਹਰ ਹਫਤੇ ਇੱਕ ਪ੍ਰੋਗਰਾਮ ਲੈ ਕੇ ਆਈਏ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਉੱਤੇ, ਕਿਉਂਕਿ ਬਹੁਤ ਵਿਸ਼ਾਲ ਜੀਵਨ ਸੀ ਉਹਨਾਂ ਦਾ, ਬਹੁਤ ਵੱਡਾ ਜੀਵਨ ਸੀਗਾ। ਇਹ ਬਹੁਤ ਸਾਰੀਆਂ ਜੰਗਾਂ ਉਹਨਾਂ ਆਪਣੇ ਜੀਵਨ ਦੇ ਵਿੱਚ ਲੜੀਆਂ, ਪਰ ਅੱਜ ਤੱਕ ਸਾਡੇ ਕੋਲ ਸਿਰਫ ਬਾਬਾ ਬੰਦਾ ਸਿੰਘ ਬਹਾਦਰ ਦੀ ਇੱਟ ਨਾ ਇੱਟ ਖੜਕਾਉਣ ਵਾਲੀ ਗੱਲ ਹੀ ਜ਼ਿਆਦਾ ਪਹੁੰਚਦੀ ਆ ਕਿ ਉਹਨਾਂ ਨੇ ਜਦੋਂ ਸੂਬਾ ਸਰਹੰਦ ਤੇ ਫਤਿਹ ਪਾਈ, ਪਰ ਉਹਦੇ ਨਾਲ ਹੋਰ ਬਹੁਤ ਕੁਝ ਉਹਨਾਂ ਦੇ ਜੀਵਨ ਦੇ ਵਿੱਚ ਵਾਪਰਦਾ ਸੀਗਾ। ਕਿਵੇਂ ਆਖਰਕਾਰ ਉਹ ਜੰਗਾਂ ਲੜਦੇ ਸੀ, ਕਿੱਦਾਂ ਸ਼ੁਰੂਆਤ ਕੀਤੀ, ਫੌਜ ਕਿੱਥੋਂ ਪੈਦਾ ਕੀਤੀ, ਆਖਰ ਐਡਾ ਵੱਡਾ ਜਿਹੜਾ ਉਹਨਾਂ ਨੇ ਸਮਰਾਜ ਸਥਾਪਿਤ ਕੀਤਾ ਉਸ ਸਮੇਂ, ਉਹਦੀ ਸ਼ੁਰੂਆਤ ਕਿੱਦਾਂ ਹੋਈ, ਉਹਦੀ ਇੰਸਪੀਰੇਸ਼ਨ ਕਿੱਥੋਂ ਆਈ, ਆਖਰ ਜਿਹੜਾ ਦ੍ਰਿੜ ਨਿਸ਼ਚੇ ਸੀਗਾ ਉਹ ਆਇਆ ਕਿੱਥੋਂ। ਲਕਸ਼ਮਣ ਦਾਸ ਤੋਂ ਮਾਧੋ ਦਾਸ ਵਿਰਾਗੀ ਤੇ ਮਾਧੋ ਦਾਸ ਵਿਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਤੱਕ ਦਾ ਜੀਵਨ, ਤੇ ਅੱਜ ਸਿੱਖ ਕੌਮ ਦੇ ਮਹਾਨ ਜਰਨੈਲਾਂ ਵਿੱਚੋਂ ਇੱਕ, ਜਦੋਂ ਦੁਨੀਆ ਭਰ ਦੇ ਵਿੱਚ ਲੋਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦੇ ਤੇ ਉਸ ਸਿੱਖ ਰਾਜ ਦੀ ਗੱਲ ਆਉਂਦੀ ਹੈ, ਉਸ ਸਮਾਂ ਯਾਦ ਆਉਂਦਾ ਹੈ ਕਿ ਉਹ ਕਿਵੇਂ ਦਾ ਹੋਊਗਾ। ਸੋ ਕੋਸ਼ਿਸ਼ ਕਰਦੇ ਹਾਂ ਉਹਦੇ ਵੱਖ-ਵੱਖ ਪਹਿਲੂ ਤੁਹਾਡੇ ਸਾਹਮਣੇ ਇਸ ਪ੍ਰੋਗਰਾਮ ਦੇ ਵਿੱਚ ਰੱਖ ਸਕੀਏ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਮਨਮੋਹਨ ਸਿੰਘ ਸਮਰਾ ਜੀ ਉਹਨਾਂ ਦਾ। ਸਮਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਰਾ ਸਾਹਿਬ, ਅਸੀਂ ਪਿਛਲੇ ਹਫਤੇ ਵੀ ਬਾਬਾ ਬੰਦਾ ਸਿੰਘ ਬਹਾਦਰ ਤੇ ਜਿਵੇਂ ਪ੍ਰੋਗਰਾਮ ਕੀਤਾ, ਅਸੀਂ ਉਹਨਾਂ ਦੇ ਜਿਹੜੇ ਕੂਹਣੀ ਮੋੜ ਸੀਗੇ ਜ਼ਿੰਦਗੀ ਦੇ ਵਿੱਚ ਆਏ, ਉਹਨਾਂ ਦੇ ਜੀਵਨ ਦੇ ਵਿੱਚ ਜਿਵੇਂ ਬਦਲਾਅ ਆਏ, ਉਹਨਾਂ ਉੱਤੇ ਅਸੀਂ ਗੱਲਬਾਤ ਕੀਤੀ। ਪਰ ਪਿਛਲੇ ਪ੍ਰੋਗਰਾਮ 'ਚ ਕਿਉਂਕਿ ਸਮਾਂ ਘੱਟ ਸੀ, ਅਸੀਂ ਖੁੱਲ੍ਹ ਕੇ ਗੱਲਬਾਤ ਨਹੀਂ ਕਰ ਸਕੇ। ਸੋ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਪਹਿਲੂ ਜਿਵੇਂ ਅਸੀਂ ਅੱਗੇ ਲੈ ਕੇ ਆ ਸਕੀਏ ਜਿਹੜੇ ਅੱਜ ਤੱਕ ਹਿਡਨ ਨੇ ਜਾਂ ਆਮ ਲੋਕਾਂ ਨੂੰ ਨਹੀਂ ਪਤਾ, ਅਸੀਂ ਪੜ੍ਹਨ ਦਾ ਜਾਂ ਅਸੀਂ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਆਉਣ ਵਾਲੇ 8 ਹਫ਼ਤੇ ਵੱਖ-ਵੱਖ ਪ੍ਰੋਗਰਾਮ ਲੈ ਕੇ ਆਵਾਂਗੇ। ਰੋਜ਼ ਦਾ ਪ੍ਰੋਗਰਾਮ ਬਾਬਾ ਬੰਦਾ ਸਿੰਘ ਬਹਾਦਰ ਤੇ ਜੀਵਨ ਤੇ ਹਫ਼ਤੇ ਦਾ ਇੱਕ ਜਿਹੜਾ ਨਿਰਧਾਰਿਤ ਹੋਊਗਾ। ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਉੱਥੋਂ ਸ਼ੁਰੂ ਕਰਾਂਗੇ ਜਿੱਥੋਂ ਅਸੀਂ ਪਿਛਲੇ ਹਫ਼ਤੇ ਕੁਝ ਛੱਡੀ ਸੀ। ਸੋ ਜਿਹੜੇ ਸਾਡੇ ਦਰਸ਼ਕਾਂ ਨੇ ਇਹ ਪ੍ਰੋਗਰਾਮ ਨਹੀਂ ਵੇਖਿਆ, ਅਸੀਂ ਉਹਦਾ ਪਾਰਟ 1 ਜਿਹੜਾ ਵਾ ਉਹ ਪਿਛਲਾ ਵੀ, ਉਹ ਵੀ ਨਾਲ ਅਸੀਂ ਤੁਹਾਨੂੰ ਦੇਵਾਂਗੇ, ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ, ਤਾਂ ਕਿ ਇਹ ਲੜੀ ਦੇ ਵਿੱਚ ਗੱਲਬਾਤ ਤੁਹਾਨੂੰ ਸਮਝ ਆ ਸਕੇ, ਗੱਲਬਾਤ ਅੱਗੇ ਤੁਰ ਸਕੇ। ਸੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਾਬਾ ਬੰਦਾ ਸਿੰਘ ਬਹਾਦਰ ਮਿਲਦੇ ਨੇ, ਜਦੋਂ ਮਾਧੋ ਦਾਸ ਵਿਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਾਉਂਦੇ ਨੇ, ਉਦੋਂ ਤੱਕ ਦੇ ਉੱਤੇ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਵਿਚਾਰ ਚਰਚਾ ਕੀਤੀ ਸੀ। ਪਰ ਜਦੋਂ ਥਾਪੜਾ ਦੇਖ ਕੇ 10ਵੇਂ ਪਾਤਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਨੂੰ ਤੁਰਦੇ ਨੇ, ਉੱਥੋਂ ਅਸੀਂ ਗੱਲ ਅਗਾਂਹ ਸ਼ੁਰੂ ਕਰਾਂਗੇ ਵੀ ਉਦੋਂ ਕਿਵੇਂ ਦੀ ਸਥਿਤੀ ਸੀ, ਕਿੰਨੇ ਸਿੰਘ ਸੀ, ਕੀ ਮਾਹੌਲ ਸੀ, ਤੇ ਕਿਹੜਾ ਨਿਸ਼ਚੇ ਲੈ ਕੇ, ਕਿਹੜੇ ਦ੍ਰਿੜ ਇਰਾਦੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਨੇ ਤੋਰਿਆ। ਬਿਲਕੁਲ ਜੀ, ਜਿਵੇਂ ਕਿ ਤੁਸੀਂ ਦੱਸਿਆ ਜੀ, ਗੁਰਬਾਣੀ ਦਾ ਕਥਨ ਹੈ ਜੀ, ਜਾਂ ਤੂੰ ਮੇਰੇ ਬਲ ਹੈ ਤਾਂ ਕਿਆ ਮਹਸ਼ੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਸੋ ਗੁਰੂ ਸਾਹਿਬ ਪੁੱਛਦੇ ਆ ਕਿ ਕਿਹਦਾ ਬੰਦਾ, ਉਹ ਕਹਿੰਦੇ ਮਹਾਰਾਜ ਤੁਹਾਡਾ ਬੰਦਾ, ਤੇਰਾ ਬੰਦਾ ਜੀ। ਹੁਣ ਜਦੋਂ ਬੰਦਾ ਗੁਰੂ ਦਾ ਬਣ ਗਿਆ ਤੇ ਗੁਰੂ ਬਾਰੇ ਗੁਰਬਾਣੀ ਦੇ ਵਿੱਚ ਹੀ ਗੁਰੂ ਸਾਹਿਬਾਨ ਨੇ ਬਹੁਤ ਇਹੋ ਜਿਹੇ ਸ਼ਬਦ ਨੇ ਜੀ, ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਬਾਰ। ਕਹਿੰਦੇ ਉਹਦੇ ਗੁਰੂ ਤੋਂ ਬਲਿਹਾਰੇ ਜਾਣਾ ਚਾਹੀਦਾ, ਦਿਹਾੜੀ ਦੇ ਵਿੱਚ 100 ਵਾਰੀ ਵਾਰੇ ਜਾਣਾ ਚਾਹੀਦਾ, ਕਿਉਂਕਿ ਉਹਨੇ ਮਾਨਸ ਤੋਂ ਦੇਵਤੇ ਬਣਾਇਆ ਤੇ ਬਣਾਉਣ ਲੱਗਿਆ ਕਰਤ ਨਾ ਲਾਗੀ ਬਾਰ, ਕੋਈ ਟਾਈਮ ਨਹੀਂ ਲੱਗਿਆ, ਬਸ ਗੁਰੂ ਦੀ ਇੱਕ ਦ੍ਰਿਸ਼ਟੀ ਨਾਲ ਬੰਦਾ ਮਨੁੱਖ ਤੋਂ ਦੇਵਤਾ ਬਣ ਗਿਆ। ਹੁਣ ਮਾਧੋ ਦਾਸ ਬਰਾਗੀ ਤੋਂ ਬੰਦੇ ਬਹਾਦਰ ਦਾ ਸਫ਼ਰ ਆ ਜਿਹੜਾ, ਭਾਵੇਂ ਕਿ ਮਾਧੋ ਦਾਸ ਬਰਾਗੀ 24 ਸਾਲ ਤੜਫਦਾ ਫਿਰਦਾ ਰਿਹਾ, ਜਿਹੜੀ ਮਿਰਗਣੀ ਦੇ ਹਿਰਨੀ ਦੇ ਤੀਰ ਵੱਜਿਆ ਸੀ ਉਹ ਤਾਂ 10-20 ਮਿੰਟ ਤੜਫ ਕੇ ਮਰ ਗਈ, ਪਰ ਮਾਧੋ ਦਾਸ ਬਰਾਗੀ 24 ਸਾਲ ਜੰਗਲਾਂ ਬੇਲਿਆਂ ਦੀ ਖਾਕ ਛਾਣਦਾ ਰਿਹਾ ਆਪਣੇ ਉਸ ਦੁੱਖ ਨੂੰ ਧੋਣ ਦੇ ਲਈ। ਪਰ ਗੁਰੂ ਦੀ ਇੱਕੋ ਹੀ ਨਜ਼ਰ ਨੇ ਉਹਦਾ ਸਾਰੇ ਪਾਪ ਧੋ ਦਿੱਤੇ ਤੇ ਉਹਨੂੰ ਉਹ ਬਹਾਦਰ ਬਣਾ ਦਿੱਤਾ। ਜਿਵੇਂ ਮਹਾਰਾਜ ਕਹਿੰਦੇ ਆ, ਕਿਆ ਹੰਸ ਕਿਆ ਬਗਲਾ ਜਾ ਕੋ ਨਜ਼ਰ ਕਰੇ, ਜਾਂ ਤਿਸ ਪਾਵੇ ਨਾਨਕਾ ਕਾਗੋਂ ਹੰਸ ਕਰੇ। ਕਾਗੋਂ ਹੰਸ ਕਰਨ ਵਾਲੀ ਜਿਹੜੀ ਗੁਰੂ ਸਾਹਿਬ ਦੀ ਅਪਰ ਕਿਰਪਾ ਹੋਈ, ਜਾਂ ਅਸੀਂ ਕਹਿੰਦੇ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ। ਗੁਰੂ ਦੇ ਦਰਸ਼ਨ ਪਾਉਣ ਵਾਲੀ ਬੰਦਾ ਬਹਾਦਰ ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਬਣ ਗਿਆ। ਹੁਣ ਆਪਾਂ ਪਿਛਲੀ ਵਾਰੀ ਇੱਕ ਗੱਲ ਕਰੀ ਸੀ ਉਹਨਾਂ ਦੇ ਨਾਮ ਬਾਰੇ, ਕਿ ਉਹਨਾਂ ਦਾ ਨਾਮ ਗੁਰਬਖਸ਼ ਸਿੰਘ ਆਉਂਦਾ, ਕੁਛ ਇਤਿਹਾਸਕਾਰਾਂ ਨੇ ਲਿਖਿਆ। ਇਹਦੇ ਬਾਰੇ ਕਈ ਵਿਦਵਾਨਾਂ ਦੇ ਵਿਚਾਰ ਨੇ ਕਿ ਜਦੋਂ ਸਿੱਖ ਧਰਮ ਦੇ ਵਿੱਚ ਕੋਈ ਬਾਹਰੋਂ ਆਉਂਦਾ ਸੀ, ਆ ਕੇ ਗੁਰੂ ਦੀ ਸ਼ਰਨ 'ਚ ਪੈਂਦਾ ਸੀ, ਆਮ ਸਿੱਖ ਉਹਨੂੰ ਗੁਰਬਖਸ਼ ਕਹਿਣ ਲੱਗ ਜਾਂਦੇ ਸੀ ਤੇ ਗੁਰੂ ਦੀ ਬਖਸ਼ਿਸ਼ ਹੋ ਗਈ। ਪਰ ਉਹਨਾਂ ਦਾ ਪ੍ਰਸਿੱਧ ਨਾਮ ਬਾਬਾ ਬੰਦਾ ਸਿੰਘ ਹੀ ਸੀ, ਤੇ ਨਾਲ ਬੰਦਾ ਸਿੰਘ ਬਹਾਦਰ।
ਹੁਣ ਇੱਥੇ ਦੋ ਧਰਮਾਂ ਚੱਲਦੀਆਂ, ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ। ਇਹ ਸਮਰਾ ਸਾਹਿਬ ਬਹਾਦਰ ਨਾਂ ਕਿਵੇਂ ਨਾਲ ਜੁੜ ਗਿਆ? ਕਿਉਂਕਿ ਗੁਰੂ ਸਾਹਿਬ ਦੀ ਇਹ ਬਖਸ਼ਿਸ਼ ਸੀ। ਗੁਰੂ ਸਾਹਿਬ ਨੇ ਕਿਹਾ ਬਹਾਦਰੀ ਤੈਨੂੰ ਅਸੀਂ ਦੇਣੀ ਆ। ਅੱਛਾ। ਜਿਹੜਾ ਤੂੰ ਖੂਨ ਦੇ ਤੁਪਕੇ ਦੇਖ ਕੇ ਡਰਦਾ ਫਿਰਦਾ, ਮੇਰੀ ਧਰਤੀ ਪਿੱਟੀ ਗਈ, ਮੇਰੀ ਧਰਤੀ ਪਵਿੱਤਰ ਹੋ ਗਈ, ਤੈਨੂੰ ਬਹਾਦਰ ਬਣਾਉਣਾ। ਤੇ ਬਹਾਦਰ ਵੀ ਫਿਰ ਇਹੋ ਜਿਹਾ ਬਣਾਇਆ, ਜਦੋਂ ਤੁਸੀਂ ਇਤਿਹਾਸ ਪੜ੍ਹੋਗੇ ਬਾਬਾ ਬੰਦਾ ਸਿੰਘ ਬਹਾਦਰ ਦਾ, ਕਈ ਥਾਵਾਂ ਤੇ ਤੁਹਾਨੂੰ ਲੱਗੂਗਾ ਯਾਰ ਬਹੁਤ ਧੱਕਾ ਕਰ ਰਹੇ ਆ ਲੋਕਾਂ ਨਾਲ, ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ। ਮੈਂ ਆਪਣੇ ਦਰਸ਼ਕਾਂ ਨੂੰ ਪਹਿਲਾਂ ਹੀ ਇਹ ਗੱਲ ਦੱਸਣੀ ਚਾਹੁੰਦਾ ਕਿ ਇਤਿਹਾਸ ਦੇ ਵਿੱਚ ਜੋ ਲਿਖਿਆ ਉਹ ਕਈ ਵਾਰੀ ਨਾ ਤੁਹਾਨੂੰ ਬਹੁਤ ਘਿਨਾਉਣਾ ਜਿਹਾ ਲੱਗਦਾ ਵੀ ਬਾਬਾ ਬੰਦਾ ਸਿੰਘ ਬਹਾਦਰ ਕੇ ਸਾਰਾ ਪਿੰਡ ਉਜਾੜਤਾ। ਪਰ ਉਹ ਕਹਿੰਦੇ ਸੀਗੇ ਕਿ ਪਾਪ ਕਰਨਾ ਮਾੜਾ ਤੇ ਪਾਪ ਨੂੰ ਸਹਿਣਾ ਜਿਹੜਾ ਉਹ ਤਾਂ ਉਦੋਂ ਵੀ ਮਾੜਾ। ਤੁਸੀਂ ਜੇ ਕਿਸੇ ਦੀ ਜੁਰਮ ਹੁੰਦੇ ਨੂੰ ਸਹਾਰਦੇ ਹੋ ਤਾਂ ਤੁਸੀਂ ਉਹ 'ਚ ਭਾਗੀਦਾਰ ਹੋ। ਉਹ ਲੋਕਾਂ ਨੂੰ ਜਿਨ੍ਹਾਂ ਦੇ ਹੁਣ ਜਿਵੇਂ ਸਰਹੰਦ ਦੀ ਗੱਲ ਆਏਗੀ ਕਿ ਇੱਟ ਨੇ ਇੱਟ ਖੜਕਾਤੀ, ਤਬਾਹ ਕਰਤੀ ਸਰਹੰਦ, ਉਹਦੇ ਪਿੱਛੇ ਗੱਲ ਕੀ ਸੀ? ਉਹ ਕਹਿੰਦੇ ਸੀ ਜਦੋਂ ਐਡਾ ਕਹਿਰ ਵਾਪਰਿਆ ਸੀ ਇੱਥੇ, ਤੁਸੀਂ ਲੋਕ ਬੈਠੇ ਰਹੇ, ਕਿਉਂਕਿ ਲੋਕ ਸ਼ਕਤੀ ਨੂੰ ਜਗਾਉਣਾ ਸੀ। ਬਾਬਾ ਬੰਦਾ ਸਿੰਘ ਬਹਾਦਰ ਕੀ ਸੀ? ਸ਼ੁਰੂ ਦੇ ਵਿੱਚ ਇੱਕ ਲਹਿਰ ਸੀ ਜਿਹੜੀ ਗੁਰੂ ਸਾਹਿਬ ਨੇ ਚਲਾਈ। ਲਹਿਰ ਤੋਂ ਰਾਜ ਤੱਕ ਦਾ ਪੰਧ ਤੈਅ ਕਰਨਾ ਸੀ। ਤੇ ਕਿੰਨੇ ਚਿਰ ਦੇ ਵਿੱਚ? 1708 ਤੋਂ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਜਾਂਦੀ ਆ। ਉਹਨਾਂ ਕੋਲ ਸਿਰਫ 8 ਸਾਲ ਸੀ। 8 ਸਾਲਾਂ ਦੇ ਵਿੱਚ ਇੱਕ ਲਹਿਰ ਨੂੰ ਜਿਹੜੀ ਕਿ 5 ਬੰਦੇ ਗੁਰੂ ਸਾਹਿਬ ਨੇ ਨਾਲ ਦਿੱਤੇ ਆ, 5 ਸਿੰਘ, ਪੰਚਾਇਤ ਇੱਕ ਦਿੱਤੀ ਆ, ਉਹਨੂੰ ਆਪਾਂ ਇਹ ਸਲਾਹਕਾਰ ਬੋਰਡ ਕਹਿ ਲਓ ਅੱਜ ਦੇ ਸ਼ਬਦਾਂ ਦੇ ਵਿੱਚ, ਕਿ ਜਿਹੜਾ ਕੰਮ ਕਰਨਾ ਇਹਨਾਂ ਦੀ ਸਲਾਹ ਨਾਲ ਕਰਨਾ। ਉਹਨਾਂ ਪੰਜਾਂ ਦੇ ਵਿੱਚ ਬਾਬਾ ਵਿਨੋਦ ਸਿੰਘ, ਬਾਬਾ ਬਾਜ ਸਿੰਘ ਤੇ ਭਾਈ ਕਾਹਨ ਸਿੰਘ, ਭਾਈ ਰਾਣ ਸਿੰਘ ਤੇ ਭਾਈ ਰਾਮ ਸਿੰਘ, ਇਹ 5 ਜਣੇ ਸੀਗੇ। ਹੁਣ ਇਹਦੇ ਨਾਲ ਗੁਰੂ ਸਾਹਿਬ ਹੋਰ ਕੀ ਦਿੰਦੇ ਆ ਬਾਬਾ ਬੰਦਾ ਸਿੰਘ ਬਹਾਦਰ ਨੂੰ? ਕਈ ਚੀਜ਼ਾਂ ਸਾਡੀ ਸਿੱਖ ਇਤਿਹਾਸ 'ਚੋਂ ਵਿਸਰ ਗਈਆਂ, ਅਸੀਂ ਉਹਨਾਂ ਦੀ ਕੇਅਰ ਨਹੀਂ ਕੀਤੀ। ਉਹ ਸੀਗੇ ਜੀ 5 ਤੀਰ। 5 ਤੀਰਾਂ ਦੀ ਬਖਸ਼ਿਸ਼ ਕੀਤੀ। ਉਹਦੇ ਵਿੱਚੋਂ 2 ਤੀਰ ਬਾਬਾ ਬੰਦਾ ਸਿੰਘ ਬਹਾਦਰ ਨੇ ਚਲਾਏ ਆ। ਤੇ ਜਦੋਂ ਤੀਰ ਛੱਡਦੇ ਸੀਗੇ, ਹਨੇਰੀ, ਮੀਂਹ, ਤੂਫਾਨ, ਹਲਚਲ ਮਚ ਜਾਂਦੀ ਸੀ ਇੱਕ ਤੀਰ ਦੇ ਨਾਲ। 5 ਤੀਰ ਕਿੰਨਾਂ ਨੇ ਦਿੱਤੇ ਸੀ? ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੇ ਪੱਥੇ ਚੋਂ ਕੱਢ ਕੇ ਦਿੱਤੇ। ਅੱਛਾ। ਇੱਕ ਸ਼ਮਸ਼ੀਰ ਦਿੱਤੀ, ਕਿਰਪਾਨ ਦਿੱਤੀ ਉਹਨਾਂ ਨੂੰ। ਜਦੋਂ ਤੋਰਨ ਲੱਗੇ ਪੰਜਾਬ ਨੂੰ ਉਦੋਂ ਦਿੱਤੇ? ਪੰਜਾਬ ਨੂੰ, ਹਾਂਜੀ ਬਿਲਕੁਲ। ਜਦੋਂ ਤਿਆਰੀ ਹੋਈ ਹੁਣ ਤੁਸੀਂ ਜਾਓ। ਤੇ ਨਾਲ 5 ਸਿੰਘ ਦਿੱਤੇ, ਇੱਕ ਨਗਾਰਾ ਦਿੱਤਾ। ਹੁਣ ਨਗਾਰੇ ਨੂੰ ਅਸੀਂ ਅੱਜ ਭੁੱਲ ਗਏ ਹਾਂ। ਗੁਰਦੁਆਰਾ ਦੀ ਜਿਹੜੀ ਡੈਫੀਨੇਸ਼ਨ ਆ, ਗੁਰਦੁਆਰੇ ਦੇ ਵਿੱਚ ਨਗਾਰੇ ਦਾ ਹੋਣਾ ਲਾਜ਼ਮੀ ਆ। ਕੋਈ ਗੁਰਦੁਆਰਾ ਉਹਨਾਂ ਚਿਰ ਗੁਰਦੁਆਰਾ ਨਹੀਂ ਜਿੰਨਾ ਚਿਰ ਉੱਥੇ ਨਗਾਰਾ ਨਹੀਂ ਹੈਗਾ। ਪਰ ਸਾਡੇ ਬਹੁਤੇ ਗੁਰਦੁਆਰਿਆਂ 'ਚ ਅੱਜ ਨਗਾਰੇ ਨਹੀਂ ਹੈਗੇ। ਕਿਉਂਕਿ ਨਗਾਰਾ ਕੀ ਸੀ? ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਨਗਾਰਾ, ਰਣਜੀਤ ਨਗਾਰਾ ਮੜਿਆ, ਵੱਡਾ ਨਗਾਰਾ ਬਣਾਇਆ ਤੇ ਆਨੰਦਪੁਰ ਦੀਆਂ ਪਹਾੜੀਆਂ ਦੇ ਵਿੱਚ ਵਜਾਇਆ ਤਾਂ ਤਸੱਲੀ ਮਚ ਗਈ 22 ਧਰ ਦੇ ਰਾਜਿਆਂ ਨੂੰ। ਨਗਾਰਾ ਇੱਕ ਆਜ਼ਾਦ ਰਾਜ ਦੀ ਹਸਤੀ ਦਾ ਪ੍ਰਤੀਕ ਹੈ। ਜਦੋਂ ਕੋਈ ਬੰਦਾ ਨਗਾਰਾ ਵਜਾਉਂਦਾ, ਇਹਦਾ ਮਤਲਬ ਆ ਮੇਰੇ ਤੇ ਹੁਣ ਕੋਈ ਰਾਜਾ ਨਹੀਂ, ਮੈਂ ਆਪਣਾ ਆਪ ਹੀ ਰਾਜਾ, ਮੈਂ ਆਜ਼ਾਦ ਹਾਂ। ਜਿਹੜਾ ਸਿੱਖਾਂ ਦੇ ਵਿੱਚ ਆਪਾਂ ਪਿਛਲੀ ਵਾਰੀ ਵੀ ਗੱਲ ਕਰੀ ਸੀ, ਹਮ ਰਾਖਤ ਪਾਤਸ਼ਾਹੀ ਦਾਵਾ, ਕਿ ਸਿੱਖ ਪਾਤਸ਼ਾਹੀ ਦਾਵਾ ਰੱਖਦੇ ਆ। ਇੱਕ ਰਾਜੇ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਸੀ ਉਹ ਸਾਰੀਆਂ ਦੇ ਕੇ ਗੁਰੂ ਸਾਹਿਬ ਤੋਰਦੇ ਆ। ਉਹਦੇ ਵਿੱਚ 5 ਤੀਰ, ਇੱਕ ਸ੍ਰੀ ਸਾਹਿਬ, ਨਗਾਰਾ ਤੇ ਨਿਸ਼ਾਨ ਸਾਹਿਬ। ਪਰ ਸਮਰਾ ਸਾਹਿਬ ਅੱਜ ਨਗਾਰੇ ਦਾ ਇਤਿਹਾਸ ਤੇ ਸਾਨੂੰ ਬਹੁਤਿਆਂ ਨੂੰ ਨਹੀਂ ਪਤਾ। ਅੱਜ ਸਾਡੇ, ਮੇਰਾ ਖਿਆਲ ਪੰਜਾਬ ਦੇ ਬਹੁਤ, ਅਸੀਂ ਬਾਹਰਲਿਆਂ ਦੀ ਗੱਲ ਕੀ ਕਰਨੀ, ਪੰਜਾਬ ਦੇ ਹੀ ਬਹੁਤ ਸਾਰੇ ਗੁਰਦੁਆਰੇ ਸਾਹਿਬ ਹੋਣਗੇ ਜਿੱਥੇ ਅੱਜ ਨਗਾਰਾ ਰਹਿ ਹੀ ਨਹੀਂ ਗਿਆ। ਇੱਕ ਮਤਲਬ ਉਸ ਬਾਰੇ ਪਤਾ ਤੇ ਤਾਂ ਲੱਗੂ ਜੇ ਚੀਜ਼ ਹੋਊਗੀ ਕਿਤੇ। ਜਦੋਂ ਚੀਜ਼ ਨਹੀਂ ਰਹਿ ਗਈ ਅੱਗੇ ਬੱਚਿਆਂ ਨੂੰ, ਤੇ ਉਹ ਸਿਰਫ ਇੱਕ ਇਨਸਟਰੂਮੈਂਟ ਵਾਂਗੂ ਬਣ ਕੇ ਰਹਿ ਗਿਆ ਜੀ। ਨਗਾਰਾ ਇੱਕ ਇਨਸਟਰੂਮੈਂਟ। ਜਦੋਂ ਸੀਗਾ ਵੀ ਜੀ, ਮੈਨੂੰ ਯਾਦ ਆ ਜਦੋਂ ਅਸੀਂ ਛੋਟੇ ਸੀਗੇ ਪਿੰਡਾਂ ਦੇ ਗੁਰਦੁਆਰਿਆਂ 'ਚ ਨਗਾਰਾ ਹੁੰਦਾ ਸੀ। ਬਸ ਉਹਦਾ ਮਤਲਬ ਇੰਨਾ ਕਿ ਲੋਕੀ ਸਮਝਦੇ ਸੀਗੇ 50 ਸਾਲ ਪਹਿਲਾਂ ਕਹ ਲਓ, 40 ਸਾਲ ਪਹਿਲਾਂ, ਹੈ ਨਾ, ਕਿ ਵੀ ਜਦੋਂ ਦੇਗ ਵਰਤਣੀ ਹੁੰਦੀ ਹੈ ਜਕਾਰਾ ਛੱਡਣਾ, ਉਦੋਂ ਕੋਈ ਬੰਦਾ ਉਹਨੂੰ ਵਜਾ ਦਿੰਦਾ ਸੀ। ਇਹਦਾ ਮਤਲਬ ਵੀ ਬਾਹਰ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਹੁਣ ਦੇਗ ਦਾ ਟਾਈਮ ਹੋ ਗਿਆ। ਸਮਾਂ ਸਿਰਫ 40 ਸਾਲ ਪਹਿਲਾਂ ਤੋਂ ਛੋਟੇ ਹੁੰਦੇ ਸੀ। ਏਦਾਂ ਲਾ ਲਓ। ਅੱਛਾ। ਮਤਲਬ ਮੈਂ ਇਹ ਗੱਲ ਤੇ ਤਵੱਜੋ ਆਪਾਂ ਦਈਏ ਕਿ ਨਗਾਰਾ ਸਾਡੇ ਧਰਮ ਦਾ, ਸਾਡੇ ਰਾਜ ਦੀ ਆਜ਼ਾਦ ਹਸਤੀ ਦਾ ਇੱਕ ਪ੍ਰਤੀਕ ਸੀਗਾ ਜਿਹੜਾ ਅਸੀਂ ਵਿਸਾਰ ਲਿਆ। ਗੁਰੂ ਗੋਬਿੰਦ ਸਿੰਘ ਜੀ ਦੇ ਰਣਜੀਤ ਨਗਾਰੇ ਤੋਂ ਗੱਲ ਸ਼ੁਰੂ ਹੋਈ ਸੀਗੀ ਇਹ। ਤੇ ਇੱਥੇ ਹੁਣ ਇੱਕ ਇੰਪੋਰਟੈਂਟ ਗੱਲ ਜਿਹੜੀ ਮੈਂ ਭੁੱਲਣਾ ਚਾਹਾਂ, ਮੈਂ ਨਾਲ ਦੀ ਨਾਲ ਇਹਦੇ ਕਰਨੀ ਚਾਹੁੰਦਾ ਕਿ 1708 ਦੇ ਵਿੱਚ ਗੁਰੂ ਸਾਹਿਬ ਤੋਰਦੇ ਆ ਬਾਬਾ ਬੰਦਾ ਸਿੰਘ ਬਹਾਦਰ ਨੂੰ, ਤੇ 5 ਅਕਤੂਬਰ ਦੀ ਤਰੀਕ ਦੱਸੀ ਆ ਇਤਿਹਾਸਕਾਰਾਂ ਨੇ। ਮੈਂ ਤਰੀਕਾਂ ਦੇ ਬਾਹਲੇ ਵੇਰ ਵਿੱਚ ਨਹੀਂ ਪੈਂਦਾ,
ਕਿਉਂਕਿ ਜਦੋਂ ਸਾਡਾ ਇਤਿਹਾਸ ਪੜ੍ਹਦੇ ਆ ਨਾ, ਉਹ 'ਚ ਤਰੀਕਾਂ ਬਹੁਤ ਅੱਗੜ ਪਿਛੜ ਨੇ, ਸਾਲਾਂ ਦੇ ਫਰਕ ਨੇ ਕਈ ਘਟਨਾਵਾਂ ਦੇ ਵਿੱਚ। ਕਈ ਘਟਨਾਵਾਂ ਅੱਗੜ ਪਿਛੜ ਨੇ ਕਿ ਪਹਿਲਾਂ ਆਹ ਲੜਾਈ ਹੋਈ, ਫਿਰ ਆਹ ਹੋਈ, ਜਾਂ ਆਹ ਹੋਈ, ਜਾਂ ਆਹ ਹੋਈ, ਅੱਡ ਅੱਡ ਲਿਖਿਆ ਸਾਰੇ ਇਤਿਹਾਸਕਾਰਾਂ ਨੇ। ਉਹਦਾ ਕਾਰਨ ਵੱਡਾ ਇਹੀ ਸੀਗਾ, ਇੱਕ ਤਾਂ ਲਿਖਣ ਵਾਲੇ ਗੈਰ ਸੀ, ਤੇ ਦੂਸਰਾ ਜਿਹੜਾ ਬਹੁਤਾ ਇਤਿਹਾਸ ਲਿਖਿਆ ਗਿਆ ਉਹ ਫਾਰਸੀ ਦੇ ਵਿੱਚ ਲਿਖਿਆ ਗਿਆ। ਉਹ ਅੱਜ ਸਾਨੂੰ ਸਮਝ ਨਹੀਂ ਆਉਂਦਾ। ਤੇ ਇਤਿਹਾਸਕਾਰ ਕੌਣ ਸੀ? ਵਿਰੋਧੀ ਧਿਰ। ਹਮੇਸ਼ਾ ਇਹ ਹੁੰਦਾ ਜੀ, ਜਿਨ੍ਹਾਂ ਦਾ ਰਾਜ ਹੁੰਦਾ ਇਤਿਹਾਸਕਾਰ ਵੀ ਉਹਨਾਂ ਦੇ ਹੁੰਦੇ ਆ। ਹੁਣ ਜਿਹੜੇ ਇਸਲਾਮਿਕ ਇਤਿਹਾਸਕਾਰ ਨੇ, ਉਹ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਿਖਦੇ ਆ, ਇਹੋ ਜਿਹੇ ਸ਼ਬਦ ਵਰਤਦੇ ਆ ਉਹਨਾਂ ਦੇ ਪ੍ਰਤੀ। ਉਹ ਮਤਲਬ ਉਹ ਕਹਿੰਦੇ ਆ ਜੀ, ਕੁੱਤਾ ਸ਼ਬਦ, ਲਾਹਣਤੀ ਸ਼ਬਦ ਬਾਬਾ ਬੰਦਾ ਸਿੰਘ ਬਹਾਦਰ ਲਈ ਵਰਤੇ ਆ ਉਹਨਾਂ ਇਤਿਹਾਸਕਾਰਾਂ ਨੇ। ਪਰ ਜਦੋਂ ਕਹਾਣੀ ਲਿਖਦੇ ਆ, ਕਹਾਣੀ ਉਸ ਤੋਂ ਉਲਟ ਆ। ਤੁਸੀਂ ਗੱਲ ਕਰਦੇ ਵੀ ਜਦੋਂ ਇਤਿਹਾਸਕਾਰ ਕਹਾਣੀ ਲਿਖਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਬਾਰੇ, ਤੁਸੀਂ ਉੱਥੋਂ ਆਪਣੀ ਗੱਲਬਾਤ ਕਰ ਰਹੇ ਸੀ ਜੀ। ਸਾਡੇ ਇੱਕ ਮਹਾਨ ਇਤਿਹਾਸਕਾਰ ਨੇ ਜੀ, ਡਾਕਟਰ ਗੰਡਾ ਸਿੰਘ। ਉਹਨਾਂ ਨੇ ਲਿਖਿਆ ਵੀ ਇਤਿਹਾਸ ਦੇ ਵਿੱਚ ਮਨੋਕਲਪਨਾ ਜਿਹੜੀ ਬਈ ਇਹ ਪਾਪ ਹੈ, ਬੰਦੇ ਨੂੰ ਆਪਦੀ ਗੱਲ ਊਈ ਬਣਾ ਕੇ ਨਹੀਂ ਸੁਣਾ ਦੇਣੀ ਚਾਹੀਦੀ ਜਾਂ ਲਿਖ ਦੇਣੀ ਚਾਹੀਦੀ। ਪਰ ਹੁਣ ਕੀ ਹੈ ਕਿ ਇਤਿਹਾਸ ਇੰਨਾ ਉਗੜਾ ਦੁਗੜਾ ਸਾਡਾ ਪਿਆ, ਜਿੰਨਾ ਕੁ ਸਾਂਭ ਹੋਇਆ ਸਾਂਭਿਆ। ਫਿਰ ਡਾਕਟਰ ਗੰਡਾ ਸਿੰਘ ਨੇ ਹੀ ਉਸ ਇਸਲਾਮੀ ਇਤਿਹਾਸ ਤੋਂ ਤਰਜਮਾ ਕਰਕੇ ਸਾਡੇ ਵਾਸਤੇ ਉਹ ਅਵੇਲੇਬਲ ਕਰਾਇਆ ਇਤਿਹਾਸ। ਹੁਣ ਇਤਿਹਾਸ ਦੇ ਵਿੱਚ ਜਿਹੜੀ ਕਹਾਣੀ ਅੱਗੇ ਚੱਲਦੀ ਹੈ ਜੀ, ਨਗਾਰੇ ਦੀ ਗੱਲ ਆਪਾਂ ਕਰ ਲਈ ਆ। ਗੁਰੂ ਸਾਹਿਬ ਨੇ ਇੱਕ ਦਿਨ ਪਹਿਲਾਂ, ਆਪਣੇ ਜੋਤੀ ਜੋਤ ਸਮਾਉਣ ਤੋਂ ਇੱਕ ਦਿਨ ਪਹਿਲਾਂ, ਬਾਬਾ ਬੰਦਾ ਸਿੰਘ ਬਹਾਦਰ ਨੂੰ ਹਜ਼ੂਰ ਸਾਹਿਬ ਤੋਂ ਨੰਦੇੜ ਤੋਂ ਤੋਰਿਆ। 5 ਸਿੰਘ ਦਿੱਤੇ। ਹੁਣ ਨਵੇਂ ਇਤਿਹਾਸਕਾਰਾਂ ਨੇ ਵਿੱਚ ਵਰਣਨ ਪਾਇਆ ਕਿ 25 ਸਿੰਘਾਂ ਦਾ ਇੱਕ ਹੋਰ ਜੱਥਾ ਨਾਲ ਦਿੱਤਾ। 5 ਸਿੰਘ ਜਿਹੜੇ ਸਲਾਹਕਾਰ ਸੀਗੇ, ਸਲਾਹਕਾਰ ਬੋਰਡ ਸੀ, ਤੇ ਨਾਲ 25 ਸਿੰਘ ਹੋਰ ਉਹਨਾਂ ਦੀ ਮਦਦ ਵਾਸਤੇ। ਉਹਨਾਂ ਪੰਜਾਬ ਨੂੰ ਤੋਰਤਾ। ਪੰਜਾਬ ਨੂੰ ਤੋਰ ਕੇ ਉਸ ਤੋਂ ਅਗਲੇ ਦਿਨ ਗੁਰੂ ਸਾਹਿਬ, ਜਿਹੜਾ ਇਤਿਹਾਸ ਲਿਖਿਆ ਹੋਇਆ ਸਾਨੂੰ ਉਹਦੇ ਹਿਸਾਬ ਨਾਲ ਹੀ ਦੱਸਣਾ ਪੈਣਾ, ਕਿ ਉੱਥੇ ਚਾਨਣੀਆਂ ਲਵਾ ਕੇ ਇੱਕ ਚਿਖਾ ਚਣਾਈ ਗਈ, ਤੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸ਼ਾਸਤਰਾਂ ਦੇ ਉੱਪਰ ਦੀ ਪ੍ਰਕਰਮਾਂ ਕੀਤੀਆਂ। ਇਤਿਹਾਸਕਾਰਾਂ ਨੇ ਜਿੱਥੇ ਲਿਖਿਆ ਬਹੁਤ ਡਿਟੇਲ ਵੀ ਲਿਖੀ ਆ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਤਾਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਰਮਾਂ ਕੀਤੀਆਂ। ਜਿਵੇਂ ਹੁਣ ਗੁਰਦੁਆਰਿਆਂ 'ਚ ਆਪਾਂ ਦੇਖਦੇ ਜੇ ਪ੍ਰਕਰਮਾਂ ਕਰਦੇ ਹਾਂ ਤਾਂ ਮੂਹਰੇ ਸ਼ਸਤਰ ਰੱਖੇ ਹੁੰਦੇ ਆ, ਕਿਰਪਾਨਾਂ ਜਾਂ ਜੋ ਵੀ ਸ਼ਸਤਰ ਅਵੇਲੇਬਲ ਨੇ, ਉਹਨਾਂ ਦੇ ਵੀ ਉੱਤੋਂ ਦੀ ਅਸੀਂ ਪ੍ਰਕਰਮਾਂ ਕਰਦੇ ਹਾਂ। ਸ਼ਸਤਰਾਂ ਦੀ ਮਹਾਨਤਾ ਨੂੰ ਦਰਸਾਉਂਦੀ ਆ ਉਹ, ਵੀ ਸਾਡੇ ਧਰਮ ਦੇ ਵਿੱਚ ਸ਼ਸਤਰਾਂ ਦੀ ਕੀ ਮਹਾਨਤਾ। ਤੇ ਮੈਂ ਹੈਰਾਨ ਹੋਇਆ ਕਿ ਜਦੋਂ, ਜੇ ਅਸੀਂ ਹੁਣ ਦੀ ਵੀ ਗੱਲ ਕਰੀਏ, ਮੈਂ ਖੁਦ ਚਾਹੁੰਦਾ ਕਿ ਆਪਾਂ ਕਿਸੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਮਤਾ ਆਨੰਦਪੁਰ ਦਾ ਵੀ ਡਿਸਕਸ ਕਰੀਏ ਜੀ। ਉਹਦੇ ਵਿੱਚ ਵੀ ਇੱਕ ਮੱਦ ਸੀਗੀ ਕਿ ਸਾਨੂੰ ਜਿਹੜੇ ਕਾਰਬਾਈਨ, ਪਿਸਤੌਲ, ਜਿਹੜੇ ਰਵਾਇਤੀ ਆਮ ਸ਼ਸਤਰ ਚੱਲਦੇ ਆ, ਕਿ ਇਹਨਾਂ ਦੀ ਲਾਇਸੈਂਸ ਦੀ ਲੋੜ ਨਾ ਹੋਵੇ, ਇਕੱਲੀ ਰਜਿਸਟ੍ਰੇਸ਼ਨ ਨਾਲ ਮਿਲ ਜਾ ਕਰਨ। ਬਿਲਕੁਲ ਸਮਰਾ ਸਾਹਿਬ, ਮੈਂ ਇੱਥੇ ਥੋੜਾ ਹੋਰ ਕਲੀਅਰ ਕਰ ਦਵਾਂ। ਆਪਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੇ ਜੀਵਨ ਉੱਤੇ ਜਿਹੜੀ ਲੜੀ ਇਸ ਵਾਰੀ ਤੋਰੀ ਹੈ, ਮੈਂ ਚਾਹੁੰਦਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਵਾਂ। ਇਸ ਤੋਂ ਬਾਅਦ ਅਸੀਂ ਆਨੰਦਪੁਰ ਸਾਹਿਬ ਦਾ ਮਤਾ ਕੀ ਸੀ, ਬਹੁਤ ਸਾਰੀ ਕਨਫਿਊਜ਼ਨ ਆ। ਅਸੀਂ ਕੋਈ ਕਿਤੋਂ ਸੁਣ ਕੇ, ਕੋਈ ਕਿਤੋਂ ਸੁਣ ਕੇ ਉਸ ਚੀਜ਼ ਨੂੰ ਸੱਚ ਮੰਨ ਲੈਂਦੇ। ਅਸੀਂ ਉਹਦੇ ਉੱਤੇ ਵੀ ਡਿਟੇਲਡ ਜਿਹੜੇ ਪ੍ਰੋਗਰਾਮ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਲੜੀ ਤੋਂ ਬਾਅਦ ਲੈ ਕੇ ਆਵਾਂਗੇ, ਤੇ ਉਹਦੇ ਵਿੱਚ ਕੋਸ਼ਿਸ਼ ਕਰਾਂਗੇ ਜਿੰਨੀ ਵੱਧ ਤੋਂ ਵੱਧ ਇਤਿਹਾਸ ਦੇ ਨਾਲ ਅਸੀਂ ਜਾਣੂ ਸਹੀ ਤਰੀਕੇ ਦੇ ਨਾਲ ਕਰਵਾ ਸਕੀਏ ਜੀ। ਸੋ 6 ਅਕਤੂਬਰ ਨੂੰ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ ਕੇ ਆਪ ਸੱਚਖੰਡ ਚਲੇ ਜਾਂਦੇ ਆ। ਇੱਥੇ ਇਤਿਹਾਸ ਦੇ ਵਿੱਚ 2 ਵੱਖਰੀਆਂ ਰਾਵਾਂ ਨੇ, ਕਿਉਂਕਿ ਉਹ ਤੋਂ ਬਾਅਦ ਮਨਵਾੜ ਦੇ ਵਿੱਚ ਗੁਰੂ ਸਾਹਿਬ ਦਰਸ਼ਨ ਦਿੰਦੇ ਆ ਕੁਝ ਲੋਕਾਂ ਨੂੰ ਉੱਥੋਂ ਜਾਣ ਤੋਂ ਬਾਅਦ, ਤੇ ਜਿਹੜੀ ਚਿਖਾ ਦੇ ਵਿੱਚੋਂ ਉਹਨਾਂ ਦੇ ਸ੍ਰੀ ਸਾਹਿਬ, ਛੋਟੀ ਸ੍ਰੀ ਸਾਹਿਬ ਜਾਂ ਕੁਝ ਚੀਜ਼ਾਂ ਮਿਲੀਆਂ ਸਮੇਤ ਘੋੜੇ ਉਹ ਕਨਾਤ ਦੇ ਉਸ ਅੰਦਰ ਚਲੇ ਗਏ ਸੀਗੇ। ਇਤਿਹਾਸ ਨੇ ਇਵੇਂ ਲਿਖਿਆ। ਹੁਣ ਉਹਦੇ ਵਿੱਚ ਇੱਕ ਧਾਰਾ ਜਿਹੜੀ ਨਾਮਧਾਰੀ ਸਿੰਘ ਜਾਂ ਕੁਝ ਹੋਰ ਵੀ ਇਤਿਹਾਸਕਾਰ ਮੰਨਦੇ ਆ ਕਿ ਗੁਰੂ ਸਾਹਿਬ ਨਾਲ ਬਾਬਾ ਬੰਦਾ ਸਿੰਘ ਦੇ ਪੈਰਲਲ ਚੱਲ ਰਹੇ ਸੀ ਕਿਤੇ ਅਗਿਆਤ ਰੂਪ ਦੇ ਵਿੱਚ। ਹੁਣ ਇਹਦੇ ਵਿੱਚ ਸੱਚ ਕੀ ਹੈ ਦੋਨਾਂ ਦੇ ਵਿੱਚ ਸਾਨੂੰ ਨਹੀਂ ਪਤਾ, ਪਰ ਜੋ ਲਿਖਿਆ ਹੋਇਆ ਉਹਦੇ ਆਧਾਰ 'ਤੇ ਆਪਾਂ ਗੱਲ ਕਰਦੇ ਹਾਂ ਕਿ ਨਾਭੇ ਦੇ ਕੋਲ ਇੱਕ ਗੁਰਦੁਆਰਾ, ਘੋੜਿਆਂ ਵਾਲਾ ਗੁਰਦੁਆਰਾ ਵੱਜਦਾ, ਮੈਂ ਜਾ ਕੇ ਆਇਆ ਉੱਥੇ, ਦੇਖਿਆ, ਸਾਡੇ ਇਲਾਕੇ ਦਾ ਉਹ, ਕਿ ਉੱਥੇ ਅਜੇ ਸਿੰਘ ਦੇ, ਬਾਬਾ ਅਜੇ ਸਿੰਘ ਦੇ ਰੂਪ 'ਚ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਉੱਥੇ ਰਹੇ ਆ। ਜਿੰਨਾ ਚਿਰ ਬਾਬਾ ਬੰਦਾ ਸਿੰਘ ਨੂੰ ਕਹਿੰਦੇ ਰਾਜ ਨਹੀਂ ਮਿਲਿਆ, ਉਨਾ ਚਿਰ ਉਹ ਸੀਕ੍ਰੇਟਲੀ ਨਾਲ ਰਹੇ ਨੇ। ਇਹ ਇੱਕ ਧਾਰਾ ਹੈਗੀ ਆ, ਪਰ ਇਹਦੇ ਸੱਚੀ ਝੂਠੀ ਹੋਣ ਦਾ ਆਪਣਾ ਕੋਈ ਦਾਵਾ ਨਹੀਂ, ਕਿਉਂਕਿ ਜੋ ਸਾਨੂੰ ਆ ਇਤਿਹਾਸ ਮੋਟੇ ਤੌਰ 'ਤੇ ਮਿਲਦਾ ਕਿ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ। ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਦਿਨ ਪਹਿਲਾਂ ਭੇਜਿਆ ਤਾਂ ਕਿ ਸਿੱਖਾਂ ਦੇ ਵਿੱਚ ਇਹ ਕਨਫਿਊਜ਼ਨ ਨਾ ਪੈਦਾ ਹੋ ਜਾਵੇ ਕਿ ਇਹਨੂੰ 12ਵਾਂ ਗੁਰੂ ਬਣਾਇਆ ਜਾਂ 11ਵਾਂ ਗੁਰੂ ਬਣਾਇਆ।
11ਵਾਂ ਗੁਰੂ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਹੀਂ ਬਣਾਇਆ, ਉਹਨੂੰ ਸਗੋਂ ਇੱਕ ਦਿਨ ਪਹਿਲਾਂ ਭੇਜਿਆ। ਉਹ ਤੋਂ ਬਾਅਦ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ, ਕਿਹਾ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਜਿਹੜੀ ਪ੍ਰਚਲਿਤ ਰਵਾਇਤ ਆਪਣੇ ਅੱਜ ਵਿੱਚ ਚੱਲਦੀ ਆ, ਸ਼ਾਸਤਰਾਂ ਦਾ ਸਤਿਕਾਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ। ਹੁਣ ਬਾਬਾ ਬੰਦਾ ਸਿੰਘ ਬਹਾਦਰ ਉੱਥੋਂ ਤੁਰਨ ਲੱਗਦੇ ਆ ਤਾਂ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਆ, ਮਹਾਰਾਜ ਤੁਸੀਂ ਇਹ ਚੀਜ਼ਾਂ ਮੈਨੂੰ ਦੇ ਦਿੱਤੀਆਂ, ਨਾਲ ਸਿੰਘ ਵੀ ਦੇ ਦਿੱਤੇ ਆ, ਮੈਨੂੰ ਖਜ਼ਾਨਾ ਵੀ ਦਿਓ, ਮੈਂ ਉਸ ਦੇਸ਼ ਜਾਣਾ ਜਿੱਥੇ ਮੈਨੂੰ ਆਏ ਨੂੰ 24 ਸਾਲ ਹੋ ਗਏ ਆ, ਉੱਥੋਂ ਦੀ ਲੰਘੇ ਨੂੰ, ਮੈਨੂੰ ਉੱਥੇ ਕੋਈ ਨਹੀਂ ਜਾਣਦਾ, ਮਾਇਆ ਬਿਨਾਂ ਕੋਈ ਕਾਰਜ ਨਹੀਂ ਸੌਰਦਾ ਅੱਜ। ਤਾਂ ਗੁਰੂ ਸਾਹਿਬ ਕਹਿੰਦੇ ਵੀ ਮਾਇਆ ਜਿਹੜੀ ਇਹ ਮੈਂ ਖਾਲਸਾ ਪੰਥ ਨੂੰ ਦਿੱਤੀ ਹੋਈ ਆ, ਤੁਹਾਨੂੰ ਜਦੋਂ ਮਾਇਆ ਦੀ ਲੋੜ ਹੋਊ ਬਸ ਤੁਸੀਂ ਇੱਕ ਅਰਦਾਸ ਕਰਨੀ ਆ ਤੇ ਪੰਥ ਤੁਹਾਡੀ ਲੋੜ ਪੂਰੀ ਕਰੂਗਾ। ਹੁਣ ਗੱਲਾਂ ਜਿਹੜੀਆਂ ਕਰਨ ਵਾਲੀਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਦੇ ਵਿੱਚ ਮੋਟੇ ਤੌਰ ਤੇ ਸਭ ਤੋਂ ਪਹਿਲੀ ਤਾਂ ਗੱਲ ਆ ਗੁਰੂ ਦੇ ਬਚਨਾਂ ਤੇ ਭਰੋਸਾ। 1 ਮਹੀਨਾ ਗੁਰੂ ਸਾਹਿਬ ਦੇ ਕੋਲੇ ਰਹਿਣ ਨਾਲ ਬਾਬਾ ਬੰਦਾ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਦੇ ਬਚਨਾਂ ਤੇ ਅਟਲ ਵਿਸ਼ਵਾਸ ਸੀ। ਦੂਜਾ ਹੈਗਾ ਗੁਰੂ ਦਾ ਹੁਕਮ ਮੰਨਣਾ। ਅਸੀਂ ਆਪਣੇ ਜੀਵਨ ਤੇ ਵੀ ਟਿਕਾ ਕੇ ਦੇਖੀਏ ਕਿ ਸਾਨੂੰ ਗੁਰੂ ਤੇ ਕਿੰਨਾ ਕੁ ਭਰੋਸਾ ਅਸੀਂ ਕਰਦੇ ਹਾਂ, ਸਾਨੂੰ ਗੁਰੂ ਤੇ ਕਿੰਨਾ ਕੁ ਵਿਸ਼ਵਾਸ ਹੈ। ਤੀਸਰੀ ਗੱਲ ਹੈਗੀ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਯੁੱਧ ਨੀਤੀ। ਇਹ ਸਾਰੀ ਕਹਾਣੀ ਦੇ ਵਿੱਚ ਇਕੱਲੀ ਕਹਾਣੀ ਨਹੀਂ ਹੈਗੀ, ਕਿਸੇ ਸਟੋਰੀ ਸੁਣਾ ਰਹੇ ਹਾਂ ਤੁਹਾਨੂੰ, ਇਹਦੇ ਵਿੱਚ ਨਾਲ ਉਹ ਪਹਿਲੂ ਨੇ ਜਿਹੜੇ ਸਾਨੂੰ ਅੱਜ ਦੇ ਸੰਘਰਸ਼ਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਸੰਘਰਸ਼ਾਂ ਦੇ ਵਿੱਚ ਸਾਨੂੰ ਯਾਦ ਰੱਖਣੇ ਪੈਣਗੇ। ਜਿੱਤਣ ਦੇ ਲਈ ਸਾਨੂੰ ਉਹਨਾਂ ਪੈੜਾਂ ਤੇ ਚੱਲਣਾ ਪਊ ਜਿਹੜੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਪਾਈਆਂ। ਉਹਨਾਂ ਦੀ ਯੁੱਧ ਨੀਤੀ, ਉਹਨਾਂ ਦੀ ਰਾਜਨੀਤੀ, ਫਿਰ ਰਾਜ ਕਿੱਦਾਂ ਕਰਨਾ। ਜਦੋਂ ਰਾਜ ਕਾਇਮ ਹੋ ਵੀ ਗਿਆ, ਉਦੋਂ ਡਿਕਟੇਟਰਸ਼ਿਪ ਵਾਲਾ ਰਾਜ ਵੀ ਕਰ ਸਕਦੇ ਸੀ, ਪਰ ਇੱਕ ਪੰਚਾਇਤੀ ਰੂਪ ਦੇ ਵਿੱਚ ਰਾਜ ਨੂੰ ਚਲਾਉਣਾ। ਫਿਰ ਸ਼ਹੀਦੀ ਕਿਵੇਂ ਦਿੱਤੀ, ਜੇ ਕਦੇ ਸ਼ਹੀਦ ਹੋਣ ਦਾ ਸਮਾਂ ਆਉਂਦਾ ਤਾਂ ਫਿਰ ਕਿਵੇਂ ਹੋਣਾ, ਉੱਥੇ ਕਿਹੋ ਜਿਹੇ ਬਚਨ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਦੋਂ ਉਹਨੂੰ ਸ਼ਹੀਦ ਕੀਤਾ ਗਿਆ। ਸੋ ਇਹਨਾਂ ਦੀ ਕਹਾਣੀ ਤੋਂ ਬਹੁਤ ਕੁਝ ਸਿੱਖਣ ਵਾਲਾ ਅੱਜ ਸਾਨੂੰ, ਸਾਡੇ ਲੀਡਰਾਂ ਨੂੰ, ਆਮ ਸਿੱਖ ਆਵਾਮ ਨੂੰ ਵੀ, ਕਿ ਜਿਹੜੇ ਅਸੀਂ ਮੋਰਚੇ ਲਾਉਣੇ ਆ, ਧਰਨਿਆਂ ਤੇ ਬੈਠੇ ਆ, ਸਾਨੂੰ ਕਿਹੜੀਆਂ ਗੱਲਾਂ ਤੋਂ ਚਤੰਨ ਰਹਿਣਾ ਚਾਹੀਦਾ। ਇੱਥੇ ਕਨਾਲ ਦੀ ਨਾਲ ਇੱਕ ਗੱਲ ਜਿਹੜੀ ਬਾਬਾ ਬੰਦਾ ਸਿੰਘ ਦੇ ਜੀਵਨ ਦੇ ਵਿੱਚ ਮੈਨੂੰ ਲੱਗਦਾ ਕਿ ਜਿਹਦਾ ਬਹੁਤ ਵੱਡਾ ਅਸਰ ਰਿਹਾ, ਇੱਕ ਗੱਲ ਨਾ ਲੋਕਾਂ ਦੇ ਵਿੱਚ ਫੈਲ ਗਈ ਕਿ ਜਿਹੜਾ ਬੰਦਾ ਆ ਰਿਹਾ ਇਹ ਬੜਾ ਕਰਾਮਤੀ ਆ, ਇਹਨੇ ਪੀਰ ਬਸ ਕੀਤੇ ਹੋਏ ਆ, ਭੂਤ ਪ੍ਰੇਤ ਇਹਦੇ ਬਸ ਕੀਤੇ ਹੋਏ ਨੇ। ਕਿਉਂਕਿ ਮੁਗਲਾਂ ਦਾ ਰਾਜ ਸੀ, ਮੁਗਲਾਂ ਦੇ ਧਰਮ ਦੇ ਵਿੱਚ ਇਹ ਚੀਜ਼ਾਂ ਮੰਨੀਆਂ ਜਾਂਦੀਆਂ ਨੇ, ਤਾਂ ਕਰਕੇ ਕਿੱਦਾਂ ਪਰ ਫੈਲੀ ਕਿੱਦਾਂ ਇਹ ਚੀਜ਼। ਕਿਉਂਕਿ ਪਹਿਲਾਂ ਜਿੱਥੇ ਔਗੜਨਾਥ ਦੇ ਡੇਰੇ ਤੇ ਰਹਿੰਦੇ ਸੀ, ਉਹਨਾਂ ਨੇ ਰਿੱਧੀਆਂ ਸਿੱਧੀਆਂ ਵਾਲੀ ਇੱਕ ਕਿਤਾਬ ਇਹਨਾਂ ਨੂੰ ਦਿੱਤੀ ਸੀ, ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ। ਉਹ ਇਹਨਾਂ ਨੇ ਜਿਹੜੀਆਂ ਰਿੱਧੀਆਂ ਸਿੱਧੀਆਂ ਉਹ ਪਾ ਲਈਆਂ, ਇਹਨਾਂ ਸ਼ਕਤੀਆਂ ਸੀਗੀਆਂ, ਉਹ ਸ਼ਕਤੀਆਂ ਇਹਨਾਂ ਨੇ ਜੰਗ ਦੌਰਾਨ ਕਿੰਨੀਆਂ ਕੁ ਵਰਤੀਆਂ, ਉਹ ਇੱਕ ਵੱਖਰਾ ਐਂਗਲ ਆ ਕਹਾਣੀ ਦਾ। ਹੈਗੀਆਂ ਉਹ ਵੀ, ਆਉਂਦੀਆਂ ਕਈ ਥਾਂ ਤੇ ਵੀ ਉਹਨਾਂ ਨੇ ਸਭ ਦੀ ਸ਼ਕਤੀ ਵਰਤੀ ਆ, ਜਿਹੜੀ ਮਤਲਬ ਰਿੱਧੀਆਂ ਸਿੱਧੀਆਂ ਵਾਲੀ ਕਿ ਉੱਡ ਜਾਣਾ ਜਾਂ ਵੀ ਲੱਭਣਾ ਹੀ ਨਾ, ਜਾਂ ਹਨੇਰੀ ਮੀਂਹ, ਜੋ ਉਹਨਾਂ ਦੇ ਹੱਕ ਚੀਜ਼ਾਂ ਉਹ ਵਰਤ ਜਾਣੀਆਂ, ਇਹੋ ਜਿਹੀਆਂ ਗੱਲਾਂ ਵੀ ਹੋਈਆਂ। ਪਰ ਜਿਹੜੀ ਇਹ ਗੱਲ ਸੀਗੀ, ਇਹਨੇ ਪ੍ਰਭਾਵ ਬਹੁਤ ਪਾਇਆ ਵਿਰੋਧੀਆਂ ਤੇ ਦੁਸ਼ਮਣਾਂ ਤੇ। ਦੁਸ਼ਮਣਾਂ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਹੂਆ ਬਣ ਗਿਆ। ਉਹ ਮਤਲਬ ਇੰਨਾ ਡਰਦੇ ਸੀਗੇ, ਕਹਿੰਦੇ ਇੱਕ ਉਹ ਇਸਲਾਮੀ ਇਤਿਹਾਸਕਾਰ ਨੇ ਲਿਖਿਆ, ਕਹਿੰਦਾ ਕਿਸ ਸ਼ੇਰ ਕੀ ਆਮਦ ਹੈ ਰਣ ਕਾਂਪ ਰਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਆਉਣਾ ਜਿਵੇਂ ਬੱਦਲ ਚੜ੍ਹ ਕੇ ਆਉਂਦਾ, ਤੁਹਾਨੂੰ ਇੱਕ ਮਾਹੌਲ ਕ੍ਰੀਏਟ ਕਰ ਦਿੰਦਾ। ਇਵੇਂ ਸੀ ਜਦੋਂ ਪੰਜਾਬ ਵੱਲ ਨੂੰ ਆਏ। ਇੱਕ ਦਹਿਸ਼ਤ ਇਹ ਸੀ ਕਿ ਇਹਦੇ ਕੋਲੇ ਉਹੋ ਜਿਹੀਆਂ ਗੈਬੀ ਸ਼ਕਤੀਆਂ ਨੇ, ਇਸ ਬੰਦੇ ਕੋਲੇ, ਇਹ ਜੋ ਚਾਹਵੇ ਕਰ ਸਕਦਾ। ਉਹਨੇ ਬਹੁਤ ਸਾਥ ਦਿੱਤਾ। ਤੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਪੂਰੇ ਆਪਦੇ ਜੀਵਨ ਦੌਰਾਨ, ਰਾਜਕਾਲ ਦੌਰਾਨ ਵੀ, ਜਦੋਂ ਉਹਨੂੰ ਫੁਰਸਤ ਦੇ ਪਲ ਮਿਲਦੇ ਸੀ, ਉਹ ਫੌਜ ਤੋਂ ਵੱਖਰੇ ਹੋ ਕੇ ਕਿਸੇ ਉੱਚੇ ਥਾਂ ਤੇ ਬਹਿ ਕੇ ਆਪਣੀ ਬੰਦਗੀ ਜੁੜ ਜਾਂਦੇ ਸੀ। ਗੁਰੂ ਚਰਨਾਂ ਨਾਲ ਪ੍ਰੀਤੀ ਸੀ ਉਹਨਾਂ ਦੀ। ਇਹ ਸਮਾ ਸਾਹਿਬ ਸ਼ਾਇਦ ਚਲੋ ਮੈਂ ਤਾਂ ਤੁਹਾਡੀ ਜਿਵੇਂ ਤੁਸੀਂ ਗੱਲ ਦੱਸੀ ਵੀ ਰਿੱਧੀਆਂ ਸਿੱਧੀਆਂ ਵਾਲੀ ਗੱਲ ਕੀਤੀ ਅੱਗੇ, ਇਹ ਕਿਉਂਕਿ ਆਮ ਬੰਦਾ ਤੇ ਮੇਰੇ ਵਰਗਾ ਗੱਲ ਨੂੰ ਹਰ ਇੱਕ ਐਂਗਲ ਤੋਂ ਦੇਖੂਗਾ, ਇਤਿਹਾਸ ਤੇ ਬਿਲਕੁਲ ਐਵੇਂ ਸੀਗਾ। ਉਹ ਇਦਾਂ ਤਾਂ ਨਹੀਂ ਕਿਤੇ ਉਹਨਾਂ ਦੀ ਇਹ ਵੀ ਇੱਕ ਜਿਹੜੀ ਚਾਲ ਹੀ ਸੀਗੀ, ਇੱਕ ਯੁੱਧ ਨੀਤੀ ਹੀ ਸੀਗੀ। ਜੇ ਲੋਕੀ ਤੁਹਾਡੇ ਤੋਂ ਐਵੇਂ ਡਰਦੇ ਆ, ਹਾਂ ਹਨਾ, ਜੇ ਤੁਹਾਨੂੰ ਲੱਗਦਾ ਤੁਹਾਡਾ ਵਿਰੋਧੀ ਥੋੜੀ ਇਸ ਗੱਲ ਤੋਂ ਡਰਦਾ, ਫਿਰ ਕਹਿੰਦੇ ਡਰਾਓ, ਕਾਹਤੇ ਨਹੀਂ, ਕਿਉਂ ਨਹੀਂ, ਤੁਹਾਡੇ ਕੋਲ ਇੱਕ ਵੈਪਨ ਹੈ, ਇਹਨੂੰ ਇੱਕ ਵੈਪਨ ਵਾਂਗੂ ਵਰਤੋ। ਬਿਲਕੁਲ, ਜੇ ਅਗਲਾ ਬਿਨਾਂ ਲੜੇ ਹੀ ਡਰ ਜੇ, ਹੋਰ ਕੀ ਚਾਹੀਦਾ, ਕੁੱਟੇ ਨਾਲੋਂ ਤੇ ਉਦਾਂ ਡਰਾਇਆ ਚੰਗਾ। ਬਿਲਕੁਲ ਜੀ, ਬਿਲਕੁਲ। ਸੋ ਗੁਰੂ ਸਾਹਿਬ ਸੱਚਖੰਡ ਚਲੇ ਜਾਂਦੇ ਆ ਜੀ। ਲੰਮਾ ਸਫ਼ਰ ਤੈਅ ਕਰਕੇ ਬਾਬਾ ਬੰਦਾ ਸਿੰਘ ਬਹਾਦਰ 4 ਮਹੀਨਿਆਂ ਦੇ ਵਿੱਚ ਦਿੱਲੀ ਦੇ ਲਾਗੇ ਚੱਕ ਆ ਕੇ ਪਹੁੰਚਦੇ।
ਹੁਣ ਜਿਹੜੇ ਨਾਲ 25 ਸਿੰਘ ਤੇ 5 ਸਿੰਘ ਦੂਸਰੇ, ਕੁਛ ਰਾਹ ਚੋਂ ਹੋਰ ਲੋਕ ਵੀ ਰਲ ਗਏ, ਥੋੜਾ ਜੱਥਾ ਵੱਡਾ ਹੋ ਗਿਆ। ਤਾਂ ਇੱਕ ਥਾਂ ਤੇ ਉਹਨਾਂ ਨੂੰ ਲੋੜ ਪਈ ਇਸ ਗੱਲ ਦੀ ਕਿ ਸਿੰਘਾਂ ਨੇ ਕਿਹਾ ਬਾਬਾ ਜੀ ਸਾਡੇ ਪਿੱਛੇ ਬਾਲ ਪਰਿਵਾਰ ਹੈ ਤੇ ਉਹਨਾਂ ਵਾਸਤੇ ਕੁਛ ਅਸੀਂ ਘਰਾਂ ਨੂੰ ਵੀ ਭੇਜੀ, ਥੋੜਾ ਬਹੁਤਾ ਮਾਇਆ ਦਾ ਗੱਲ ਆਈ। ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਚਨ ਯਾਦ ਆਇਆ ਗੁਰੂ ਪਾਤਸ਼ਾਹ ਦਾ, ਕਹਿੰਦੇ ਵੀ ਮੈਨੂੰ ਕਿਹਾ ਸੀ ਕਿ ਅਰਦਾਸ ਕਰੀ। ਤਾਂ ਉਹਨਾਂ ਨੇ ਇੱਕ ਅਰਦਾਸ ਕੀਤੀ। ਅਰਦਾਸ ਕਰਕੇ ਜਦੋਂ ਅਖੀਰ ਦੇ ਵਿੱਚ ਆਪਾਂ ਜਕਾਰਾ ਬੁਲਾਉਂਦੇ ਆ ਜੀ, ਇੱਥੇ ਵੀ ਆਪਾਂ ਨਾਲ ਦੀ ਨਾਲ ਸਿੱਖੀ ਦੀਆਂ ਗੱਲਾਂ ਕਰੀਏ, ਮੈਨੂੰ ਲੱਗਦਾ ਚੰਗੀ ਗੱਲ ਜੀ। ਜਿਹੜਾ ਜਕਾਰਾ ਸਾਡਾ, ਜਿੱਥੇ ਸਾਡਾ ਨਗਾਰਾ ਖਤਮ ਹੋ ਗਿਆ, ਸਾਡਾ ਜਕਾਰਾ ਵੀ ਵਿਗੜ ਰਿਹਾ। ਤੁਸੀਂ ਆਮ ਹੁਣ ਦੇਖਿਓ ਬਹੁਤ ਵਾਰੀ ਲੋਕੀ ਜਕਾਰਾ ਛੱਡਣਗੇ, ਜੋ ਬੋਲੇ ਸੋ ਨਿਹਾਲ। ਇਹ ਸਾਡਾ ਜਕਾਰਾ ਨਹੀਂ, ਸਾਡਾ ਜਕਾਰਾ ਹੈਗਾ ਬੋਲੇ ਸੋ ਨਿਹਾਲ। ਚਲੋ ਕਈ ਲੋਕ ਇਹਨੂੰ ਹਰ ਇੱਕ ਐਂਗਲ ਦੇ ਨਾਲ ਦੇਖ ਸਕਦੇ ਆ ਵੀ ਜੇ ਤੁਹਾਡੇ 'ਚ ਸ਼ਰਧਾ ਆ, ਜੇ ਤੁਸੀਂ ਇੱਕ ਅੱਖਰ ਉੱਤੇ ਥੱਲੇ ਵੀ ਬੋਲ ਲੈਂਦੇ ਹੋ, ਜੇ ਜੋ ਲੱਗ ਗਿਆ ਉੱਤੇ ਜਾਂ ਨਹੀਂ, ਪਰ ਇਹਦੇ ਨਾਲ ਦੀ ਨਾਲ ਹੀ ਕੁਝ ਚੀਜ਼ਾਂ ਦੀ ਮਰਿਆਦਾ ਵੀ ਹੁੰਦੀ ਆ ਕਿ ਹਰ ਇੱਕ ਗੱਲ ਨੂੰ ਕਹਿਣ ਦੀ ਇੱਕ ਮਰਿਆਦਾ ਵੀ ਆ। ਹੁਣ ਮੈਂ ਜਿਵੇਂ ਮਨਮੋਹਨ ਸਿੰਘ ਸਮਰਾ ਜਾਂ ਸਮਰਾ ਸਾਹਿਬ ਕਰਨਾ, ਮੈਂ ਅੱਗੇ ਕੋਈ ਹੋਰ ਤਰੀਕੇ ਨਾਲ ਥੋੜਾ ਅੱਗੇ ਕੁਝ ਲਾ ਸਕਦਾ ਆਪਣੀ ਮਰਜ਼ੀ ਦੇ ਨਾਲ, ਜੋ ਪ੍ਰੋਪਰ ਤਰੀਕਾ ਉਵੇਂ ਹੀ ਲਵਾਂਗੇ। ਪਰ ਇਹ ਜੇ ਅੱਗੇ ਲੱਗ ਵੀ ਜਾਏ ਤੇ ਉਹ 'ਚ ਮਤਲਬ ਕਿ ਦਿੱਕਤ ਕੀ ਆ ਜਾਂ ਫਿਰ ਅਸਲ ਸਹੀ ਕੀ ਆ? ਹਾਂ, ਹੁਣ ਕੀ ਕਹਾਣੀ ਹੈ ਜੀ, ਜਿਹੜਾ ਸਾਡਾ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਸਾਡਾ ਇਤਿਹਾਸਕ ਜਕਾਰਾ ਜਿਹੜਾ ਸਾਡਾ, ਉਹ ਹੈਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਹੁਣ ਇਹਨੂੰ ਹੋਰ ਥੋੜਾ ਜਿਹਾ ਪੋਇਟਰਿਕ ਬਣਾਉਣ ਦੇ ਲਈ ਕਈ ਸਿੰਘ ਕਹਿਣਗੇ ਜੋ ਬੋਲੇ ਸੋ ਨਿਹਾਲ। ਹੁਣ ਤੁਸੀਂ ਜਿਹੜਾ ਇੱਕ ਮੌਲਿਕ ਰੂਪ ਆ ਉਹਨੂੰ ਚੇਂਜ ਕਰ ਰਹੇ ਹੋ, ਜਿਹਦਾ ਤੁਹਾਨੂੰ ਅਧਿਕਾਰ ਨਹੀਂ, ਪੰਥ ਦੀ ਬਣਾਈ ਹੋਈ ਮਰਿਆਦਾ। ਹਾਂ, ਵੱਖਰੀ ਗੱਲ ਆ, ਬਹੁਤ ਸਾਰੇ ਨਿਹੰਗ ਸਿੰਘਾਂ ਦੇ ਵੱਖਰੇ ਵੱਖਰੇ ਜਕਾਰੇ ਆ, ਅਕਾਲ ਦੇ ਜਕਾਰੇ ਗਜਾਉਂਦੇ ਆ, ਉਹ ਲੰਮਾ ਜਕਾਰਾ ਵੀ ਹੈਗਾ, ਗੁਰੂ ਗੋਬਿੰਦ ਸਿੰਘ ਦੇ ਮਨ ਨੂੰ ਭਾਵੇ ਜਿੰਨਾ ਵੀ ਲੰਮਾ ਉਹਨੂੰ ਕਰ ਲਈਏ, ਹੈ ਨਾ, ਉਹ ਵੱਖਰੀ ਕਹਾਣੀ ਆ। ਪਰ ਜਿਹੜਾ ਸਾਡੇ ਗੁਰਦੁਆਰਿਆਂ ਦੇ ਵਿੱਚ ਇੱਕ ਡਿਸਪਲਿਨ ਦੀ ਲੋੜ ਆ। ਹੁਣ ਤੁਸੀਂ ਇੱਕ ਗੱਲ ਇੱਥੇ ਹੋਰ ਯਾਦ ਰੱਖਿਓ, ਮੈਨੂੰ ਵੀ ਆਉਂਦੇ ਮੈਸੇਜ ਸਵੇਰ ਨੂੰ ਦਰਬਾਰ ਸਾਹਿਬ ਦੇ ਹੁਕਮਨਾਮੇ ਤੇ, ਉਹ ਮੈਸੇਜ ਦੇ ਵਿੱਚ ਨਾ ਤੁਸੀਂ ਉਹਨੂੰ ਧਿਆਨ ਨਾਲ ਪੜ੍ਹਿਓ। ਉਹਦੇ ਵਿੱਚ ਜਿਹੜਾ ਇੱਕ ਓਂਕਾਰ ਪਾਇਆ ਹੋਇਆ, ਉਹ ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਪਾਇਆ ਹੋਇਆ ਉਵੇਂ ਨਹੀਂ ਪਾਇਆ ਹੋਇਆ। ਉਹ ਕਿਹਦੀ ਸਾਜ਼ਿਸ਼ ਆ, ਕੌਣ ਲੋਕ ਨੇ, ਉਹ ਕੀ ਕਰਨਾ ਚਾਹੁੰਦੇ ਆ, ਸਾਨੂੰ ਪਤਾ ਨਹੀਂ। ਚਾਹੀਦਾ ਤਾਂ ਸੀ ਕਿ ਸ਼੍ਰੋਮਣੀ ਕਮੇਟੀ, ਸਾਡੀ ਮੋਢੀ ਸੰਸਥਾ ਦਰਬਾਰ ਸਾਹਿਬ ਦਾ ਜਿਹੜਾ ਬੋਰਡ ਆ, ਉਹ ਉੱਥੋਂ ਹੁਕਮਨਾਮਾ ਲੈ ਕੇ ਉਸ ਹੁਕਮਨਾਮੇ ਨੂੰ ਪ੍ਰੋਪਰ ਵਰਡਿੰਗ ਉਹੀ ਉਸੇ ਪੈਟਰਨ ਦੇ ਵਿੱਚ ਪਾ ਦੇਣ WhatsApp ਤੇ ਜਾਂ ਕਿਤੇ ਵੀ, ਅੱਗੇ ਲੋਕਾਂ ਨੇ ਸਰਕੂਲੇਟ ਕਰ ਦੇਣਾ ਹੁੰਦਾ। ਪਰ ਹੁਣ ਉਹਦੇ ਵਿੱਚ ਇੱਕ ਓਂਕਾਰ ਦੀ ਜਿਹੜੀ ਉੱਪਰ ਇੱਕ ਘੁਮਾ ਕੇ ਪਾਇਆ ਹੁੰਦਾ, ਤੁਸੀਂ ਉਹ ਨੋਟ ਕਰਿਓ। ਹੁਣ ਅਸੀਂ ਨੋਟ ਨਹੀਂ ਕਰ ਰਹੇ, ਦੇਖ ਲੈਂਦੇ ਹਾਂ, ਪੜ੍ਹ ਲੈਂਦੇ ਹਾਂ ਹਰ ਰੋਜ਼, ਚਲੋ ਹੁਕਮਨਾਮਾ ਆ ਗਿਆ, ਪੜ੍ਹ ਲਿਆ। ਪਰ ਇੱਕ ਚੀਜ਼ ਲਈ ਅਸੀਂ ਯੂਜ਼ ਟੂ ਹੋ ਰਹੇ ਹਾਂ ਕਿ ਇਵੇਂ ਹੁੰਦੀ ਹੈ, ਤਾਂ ਯਾਰ ਮੈਂ ਇੰਨੇ ਚਿਰ ਦੇਖਿਆ ਤਾਂ ਹਮੇਸ਼ਾ ਹੀ ਇਵੇਂ ਹੁੰਦੀ ਸੀਗੀ। ਸਾਨੂੰ ਇਹੋ ਜਿਹੀਆਂ ਛੋਟੀਆਂ ਚੀਜ਼ਾਂ ਦੇ ਗੰਭੀਰ ਨੋਟਿਸ ਲੈਣੇ ਚਾਹੀਦੇ ਆ। ਇਵੇਂ ਹੌਲੀ ਹੌਲੀ ਸਾਡੀਆਂ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਘੁਸਪੈਠ ਹੁੰਦੀ ਆ, ਜੇ ਅਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਵਿਸਾਰਨਾ ਲੱਗ ਜਾਂਦੇ ਹਾਂ। ਕੀ ਵਾਕਈ ਛੋਟੀਆਂ ਛੋਟੀਆਂ ਗੱਲਾਂ ਮੈਟਰ ਕਰਦੀਆਂ? ਬਿਲਕੁਲ ਕਰਦੀਆਂ ਨੇ ਜੀ, ਬਿਲਕੁਲ ਕਰਦੀਆਂ ਨੇ। ਤੁਹਾਨੂੰ ਲੱਗਦਾ ਮੈਂ 20 ਸਾਲ ਤੋਂ ਯਾਰ ਇੱਦਾਂ ਹੀ ਪੜ੍ਹ ਰਿਹਾ, ਇੱਦਾਂ ਹੀ ਹੁੰਦਾ ਸੀਗਾ। ਫਿਰ ਹੌਲੀ ਹੌਲੀ ਉਹਨੂੰ ਦੇਖ ਕੇ ਕਿਸੇ ਬੀੜ ਦੇ ਵਿੱਚ ਵੀ ਉਵੇਂ ਦਾ ਪਾਇਆ ਜਾਊਗਾ, ਫਿਰ ਗੁਟਕਿਆਂ ਤੇ ਪਾਇਆ ਜਾਊਗਾ, ਫਿਰ ਤੁਸੀਂ ਜਿਹੜਾ ਪਹਿਲਾਂ ਅਸਲੀ ਸੀ ਉਹਨੂੰ ਗਲਤ ਮੰਨ ਲਓਗੇ। ਹੁਣ ਪੱਗ ਤੇ ਖੰਡਾ ਲਾਇਆ ਜਾਂਦਾ, ਖੰਡਾ ਦੇ ਵਿੱਚ ਇੱਕ ਚੱਕਰ ਹੁੰਦਾ, 2 ਕਿਰਪਾਨਾਂ ਹੁੰਦੀਆਂ ਨੇ, ਵਿੱਚ ਖੰਡਾ ਹੁੰਦਾ। ਉਹਦਾ ਪ੍ਰਾਤਨ ਸਰੂਪ ਸੀ ਕਿ ਖੰਡਾ ਦੀ ਜਿਹੜੀ ਨੋਕ ਉੱਪਰ ਕੱਢੀ ਹੁੰਦੀ ਆ, ਉਹ ਚੱਕਰ ਤੋਂ ਬਾਹਰ ਨਿਕਲੀ ਹੁੰਦੀ ਆ। ਇਹਦੇ ਤੇ ਮਤਲਬ ਇੱਕ ਵੱਖਰਾ ਸ਼ੋਅ ਹੋ ਸਕਦਾ, ਐਡਾ ਵੱਡਾ ਟੌਪਿਕ ਹੈ ਇਹ। ਪਰ ਹੁਣ ਕੀ ਹੋ ਗਿਆ, ਕਈ ਵਾਰੀ ਤੁਸੀਂ ਦੇਖੋਗੇ ਕਿ ਖੰਡਾ ਚੱਕਰ ਦੇ ਵਿੱਚ ਹੀ ਖਤਮ ਕੀਤਾ ਹੁੰਦਾ, ਅੰਦਰ ਹੀ। ਉਹਦੇ ਜਦੋਂ ਤੁਸੀਂ ਪੂਰੇ ਖੰਡੇ ਦੀ ਪੜ੍ਹੋਗੇ ਵਿਸਥਾਰ ਵੀ ਇਹਦਾ ਮਤਲਬ ਕੀ ਆ, ਉਹਦੇ ਮਤਲਬ ਚੇਂਜ ਹੋ ਜਾਂਦੇ ਆ। ਜੇ ਖੰਡਾ ਚੱਕਰ ਤੋਂ ਬਾਹਰ ਨਹੀਂ ਹੈਗਾ ਤਾਂ ਕਾਲ ਦੇ ਦਾਇਰੇ ਦੇ ਵਿੱਚ ਆ, ਜਦ ਕਿ ਖੰਡਾ ਕਾਲ ਦੇ ਦਾਇਰੇ ਤੋਂ ਬਾਹਰ ਹੈ। ਸੋ ਬਹੁਤ ਚੀਜ਼ਾਂ, ਛੋਟੀਆਂ ਚੀਜ਼ਾਂ ਨੂੰ ਸੀਰੀਅਸ ਲੈਣਾ ਚਾਹੀਦਾ ਸਾਡੀ ਕੌਮ ਨੂੰ ਜੀ। ਤੇ ਆਪਾਂ ਵੀ ਜਿੰਨੀ ਕੁ ਆਪਾਂ ਨੂੰ ਡਿਊਟੀ ਮਿਲੀ ਆ ਆਪਾਂ ਉਨੀ ਕਰੀਏ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਜਕਾਰਾ ਗਜਾ ਕੇ ਜਦੋਂ ਉੱਠ ਕੇ ਪਿੱਛੇ ਮੁੜ ਕੇ ਦੇਖਿਆ ਤਾਂ 5-4 ਸਿੰਘ ਆਏ ਹੋਏ ਸੀਗੇ, ਸਿੱਖ ਬੰਦੇ। ਉਹਨੇ ਪੁੱਛਿਆ ਭਾਈ ਤੁਸੀਂ? ਉਹ ਕਹਿੰਦੇ ਅਸੀਂ ਲਵਾਣੇ ਸਿੱਖਾਂ, ਬਿਜ਼ਨਸ ਕਰਦੇ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਨੂੰ ਦਸਵੰਧ ਭੇਜਦੇ ਹੁੰਦੇ ਸੀ ਤੇ ਹੁਣ ਕਿੰਨੇ ਚਿਰ ਤੋਂ ਗੁਰੂ ਸਾਹਿਬ ਸਾਨੂੰ ਲੱਭੇ ਨਹੀਂ। ਸਾਨੂੰ ਹੁਣ ਇੱਥੇ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਬੰਦੇ ਨੂੰ ਭੇਜਿਆ, ਸਾਨੂੰ ਦੱਸ ਪਈ ਤਾਂ ਅਸੀਂ ਤੁਹਾਡੇ ਕੋਲੇ ਆਏ ਹਾਂ।
ਕਹਿੰਦੇ ਦੱਸੋ ਭਾਈ, ਕਹਿੰਦੇ 500 ਮੋਹਰ ਅਸੀਂ ਲੈ ਕੇ ਆਏ ਹਾਂ ਭੇਟਾ ਗੁਰੂ ਸਾਹਿਬ ਦੀ, ਇਕੱਠਾ ਹੋਇਆ ਸੀ ਸਾਡਾ ਦਸਵੰਧ। ਸੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੇ ਕਿਤੇ ਮਾੜੀ ਮੋਟੀ ਸ਼ੰਕਾ ਹੋਊਗੀ ਵੀ ਮਨ ਦੇ ਵਿੱਚ, ਉਹ ਵੀ ਨਿਕਲ ਗਈ ਕਿ ਗੁਰੂ ਤਾਂ ਐਡਾ ਕਿਰਪਾਲੂ ਆ ਕਿ ਜਦੋਂ ਹੀ ਮੈਂ ਅਰਦਾਸ ਕੀਤੀ ਨਾਲ ਹੀ ਮੋਹਰਾਂ ਲੈ ਕੇ ਬੰਦੇ ਖੜੇ ਸੀਗੇ ਪਿੱਛੇ, ਮੈਨੂੰ ਮਿਲ ਗਏ। ਹੁਣ ਇਤਿਹਾਸ ਦੇ ਵਿੱਚ ਇੱਕ ਗੱਲ ਇਹ ਵੀ ਲਿਖੀ ਆ ਕਿ ਇੱਕ ਵਾਰੀ ਜਦੋਂ ਸਿੰਘਾਂ ਨੇ ਪੈਸੇ ਮੰਗੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਪਹਿਲਾਂ ਲੰਗਰ ਬਣਾਓ, ਇੱਥੇ ਚੁਰ ਪੱਟ ਲਓ। ਉਹਨਾਂ ਨੇ ਚੁਰ ਪੱਟਣ ਵਾਲੀ ਕਹੀ ਲੈ ਕੇ ਜਾਂ ਟੋਆ ਪੱਟਿਆ, ਉੱਥੋਂ ਗਾਗਰ ਮੋਹਰਾਂ ਦੀ ਨਿਕਲ ਆਈ। ਉਹ ਕਹਿੰਦੇ ਲਓ ਤੁਸੀਂ ਪੈਸੇ ਮੰਗਦੇ ਸੀਗੇ, ਚੱਕੋ ਆਪੇ ਲੈ ਜਾਓ ਘਰੋਂ ਜਿਹਨੂੰ ਚਾਹੀਦੀ ਆ। ਸੋ ਦੋਨੋਂ ਤਰੀਕਿਆਂ ਦਾ ਇਤਿਹਾਸ ਆ ਸਾਡੇ ਕੋਲੇ, ਥੋੜ੍ਹੇ ਹੀਰ ਬਦਲ ਨਾਲ ਹੈਗਾ। ਕੋਈ ਉਹਦੇ 'ਚ ਵਿਸ਼ਵਾਸ ਰੱਖਦੇ ਆ, ਜ਼ਿਆਦਾ ਸ਼ਰਧਾਵਾਨ ਹੁੰਦੇ ਆ ਕਿ ਗੁਰੂ ਸਾਹਿਬ ਨੇ ਸਿੱਧੀ ਉਹ ਕਿਰਪਾ ਕਰਤੀ, ਮੋਹਰਾਂ ਦੀ ਗਾਗਰ ਨਿਕਲੀ ਧਰਤੀ ਦੇ ਵਿੱਚੋਂ। ਤੇ ਡਿਪੈਂਡ ਕਰਦਾ ਹੁਣ ਆਪਾਂ ਕਿਹੋ ਜਿਹੀ ਸੋਚ ਵਾਲੇ ਬੰਦੇ ਆ, ਸਾਨੂੰ ਕਿਵੇਂ ਲੱਗਦਾ, ਅਸੀਂ ਉਹਨੂੰ ਮੰਨ ਲਈਏ। ਇਹ ਤੋਂ ਅੱਗੇ ਚੱਲੀਏ ਜੀ, ਬਾਬਾ ਬੰਦਾ ਸਿੰਘ ਬਹਾਦਰ ਉੱਥੋਂ ਖੜਖਾਉਂਦਾ ਪਿੰਡ ਆ ਜੀ, ਦਿੱਲੀ ਦੇ ਜਿਹੜੇ ਸੋਨੀਪਤ ਦੇ ਕੋਲੇ ਆ। ਉੱਥੇ ਆ ਕੇ ਉਹਨਾਂ ਨੇ ਇੱਕ ਮਤਾ ਪਕਾਇਆ, ਕਹਿੰਦੇ ਵੀ ਆਪਾਂ ਮੀਟਿੰਗ ਕਰੀਏ। ਹੁਣ ਆਪਾਂ ਜੰਗ ਯੁੱਧ ਆਪਣਾ ਬਹੁਤ ਨੇੜੇ ਆ ਗਿਆ, ਸਾਰਾ ਕੁਝ ਪੰਜਾਬ ਦੇ ਲਾਗੇ ਪਹੁੰਚ ਚੱਲੇ ਆ ਕਿ ਆਪਾਂ ਇਹਨੂੰ ਹੁਣ ਪਲਾਨ ਕਰੀਏ। ਉੱਥੇ ਜਿਹੜੇ ਉਹਨਾਂ ਨੇ ਪਲਾਨ ਕੀਤੀ, ਸਭ ਤੋਂ ਪਹਿਲਾ ਪੁਆਇੰਟ ਇਹੀ ਸੀਗਾ ਕਿ ਆਪਾਂ ਨੂੰ ਪੈਸੇ ਦੇ ਲਈ ਲੁੱਟਮਾਰ ਕਰਨੀ ਪੈਣੀ ਆ। ਪੈਸਾ ਕਿੱਥੋਂ ਆਉਣਾ? ਲੜਾਈ ਲੜਨੀ, ਲੜਾਈ ਕਰ ਰਹੇ ਅਸੀਂ ਸੂਬਾ ਸਰਹੰਦ ਨਾਲ, ਜਿਹੜਾ ਦਿੱਲੀ ਦਾ ਸਭ ਤੋਂ ਮਸ਼ਹੂਰ ਤੇ ਸਭ ਤੋਂ ਵੱਧ ਇਨਕਮ ਵਾਲਾ ਸੂਬਾ ਸੀਗਾ ਇਹ। 26-27 ਪਰਗਣੇ ਸੀ, ਇਹਦੀਆਂ ਤਹਿਸੀਲਾਂ ਕਹਿ ਲਓ ਅੱਗੇ, ਤੇ ਕਰੋੜਾਂ ਦੇ ਵਿੱਚ ਇਨਕਮ ਸੀ ਇਹਦੀ ਸਾਲ ਦੀ, ਇਸ ਸੂਬੇ ਦੀ। ਉਦੋਂ ਦੇ ਇਤਿਹਾਸਕਾਰ ਲਿਖਦੇ ਆ ਵੀ ਜੇ ਸੂਬੇ ਸਰਹੰਦ ਨੂੰ ਛਿੱਕ ਆ ਜਾਂਦੀ ਸੀ ਤਾਂ ਦਿੱਲੀ ਨੂੰ ਬੁਖਾਰ ਚੜ੍ਹ ਜਾਂਦਾ ਸੀ, ਇੰਨੀ ਇੰਪੋਰਟੈਂਸ ਰੱਖਦਾ ਸੀ ਇਹ ਸੂਬਾ। ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਇਆ ਦੀ ਲੋੜ ਸੀ। ਉਹਨੇ ਕਿਹਾ ਪਹਿਲੀ ਤਾਂ ਗੱਲ ਆਪਾਂ ਨੂੰ ਲੁੱਟਮਾਰ ਕਰਨੀ ਪੈਣੀ ਆ, ਪੈਸੇ ਚਾਹੀਦੇ ਆ। ਤੇ ਨਾਲ ਦੀ ਨਾਲ ਦੂਜਾ ਉਹਨਾਂ ਨੇ ਜਿਹੜਾ ਕੰਮ ਕੀਤਾ ਜੀ, ਉਹ ਸੀਗਾ ਵੀ ਹਥਿਆਰ ਕਿੱਥੋਂ ਲੈਣੇ ਆ, ਕਿਉਂਕਿ ਲੜਾਈ ਲੜਨ ਲਈ, ਬਿਲਕੁਲ ਕੋਈ ਵੀ ਜੰਗ ਕਰਨੀ ਆ, ਲੜਾਈ ਲੜਨੀ ਆ, ਉਹਦੇ ਲਈ ਦੋ ਚੀਜ਼ਾਂ ਤੇ ਅਹਿਮ ਨੇ, ਇੱਕ ਹਥਿਆਰ ਤੇ ਦੂਜਾ ਪੈਸਾ। ਇਹਨਾਂ ਦੋਵਾਂ ਤੋਂ ਬਿਨਾਂ ਜੰਗ ਲੜਨੀ, ਤੇ ਤੀਸਰੀ ਰਣਨੀਤੀ ਵੀ ਨਾਲ ਜੇ ਕਹਿ ਦਈਏ। ਇੱਕ ਹੋਰ ਇੰਪੋਰਟੈਂਟ ਚੀਜ਼ ਜਿਹੜੀ ਗੁਰੂ ਸਾਹਿਬ ਨੇ ਕਿਹਾ ਸੀ ਕਿ ਕੁਝ ਐਡਰੈਸ ਦਿੱਤੇ ਸੀ ਉਹਨਾਂ ਨੇ, ਅੱਛਾ, ਕਿ ਆਹ ਸਿੱਖ ਘਰਾਣੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਤੇ ਅੱਖਾਂ ਮੀਚ ਕੇ ਵਿਸ਼ਵਾਸ ਕੀਤਾ ਜਾ ਸਕਦਾ, ਇਹਨਾਂ ਨੂੰ ਇੱਕ ਸੁਨੇਹਾ ਜਾਊਗਾ। ਤੇਰੇ ਸੁਨੇਹਾ ਭੇਜਣ 'ਚ ਤਾਂ ਦੇਰ ਹੋ ਸਕਦੀ ਆ, ਉਹਨਾਂ ਦੇ ਆਉਣ 'ਚ ਦੇਰ ਨਹੀਂ ਹੋਊਗੀ। ਅੱਛਾ, ਇਹ ਗੁਰੂ ਦਸਵੇਂ ਪਾਤਸ਼ਾਹ ਨੇ ਉਹਨਾਂ ਨੂੰ ਕੁਝ ਸਿੱਖਾਂ ਦੇ ਨਾਂ ਪਤੇ ਦਿੱਤੇ ਸੀ ਕਿ ਫਲਾਂ ਥਾਂ ਕੁਝ ਮਾਲਵੇ ਦੇ ਸੀ, ਕੁਝ ਦੁਆਬੇ ਤੋਂ, ਮਾਝੇ ਤੋਂ। ਉਹ ਪਰਿਵਾਰ ਸੀ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਟਾਈਮ ਤੋਂ, ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤੋਂ ਸਿੱਖੀ ਨਾਲ ਜੁੜੇ ਪਰਿਵਾਰ ਸੀ। ਸੋ ਉਹਨਾਂ ਦੇ ਨਾਂ ਪਤੇ ਦਿੱਤੇ ਸੀ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਇੱਕ ਤਾਂ ਆਪਾਂ ਨੂੰ ਸੁਨੇਹੇ ਭੇਜਣੇ ਆ ਉਹ ਸਾਰੇ ਬੰਦਿਆਂ ਤੱਕ। ਹੁਣ ਸੁਨੇਹੇ ਕਿੱਦਾਂ ਭੇਜਣੇ ਆ? ਡਾਕਤਾਰ ਦਾ ਵਿਭਾਗ ਤਾਂ ਸਰਕਾਰ ਕੋਲੇ ਆ, ਬੰਦੇ ਆਪਾਂ ਗਿਣਤੀ ਦੇ ਆ। ਜੇ ਆਪਾਂ ਇਹਨਾਂ 'ਚੋਂ ਬੰਦੇ ਭੇਜਦੇ, ਮੰਨ ਲਓ 20 ਪਰਿਵਾਰਾਂ ਲਈ 20-50 ਤਾਂ ਬੰਦੇ ਸੀਗੇ ਕੁੱਲ, ਫਿਰ ਪਿੱਛੇ ਲੜਾਈ ਕਿਹਨੇ ਲੜਨੀ ਆ? ਸੋ ਉਹਨਾਂ ਨੇ ਕੀ ਕੀਤਾ, ਸੁਨੇਹੇ ਇਸ ਤਰ੍ਹਾਂ ਭੇਜੇ ਕਿ ਪਹਿਲਾਂ ਨੇੜੇ ਵਾਲੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਸੁਨੇਹਾ ਭੇਜੋ, ਉਹਨਾਂ ਨੂੰ ਕਹਿਣਾ ਕਿ ਤੁਸੀਂ ਗਾਹਾਂ ਵਾਲਿਆਂ ਨੂੰ ਸੁਨੇਹਾ ਦਿਓ। ਆਹ ਸੁਨੇਹਾ ਤੁਹਾਨੂੰ ਆ ਗਿਆ ਗੁਰੂ ਸਾਹਿਬ ਦਾ ਕਿ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਉਹਦੀ ਮਦਦ ਲਈ ਉੱਥੇ ਪਹੁੰਚੋ, ਤੇ ਨਾਲ ਆਹ ਪਰਿਵਾਰਾਂ ਨੂੰ ਤੁਸੀਂ ਸੁਨੇਹੇ ਭੇਜਣੇ। ਇਹ ਰਣਨੀਤੀ ਆ, ਇਹ ਅਸਲੀ ਰਾਜਨੀਤੀ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਕਿ ਥੋੜ੍ਹੇ ਰਿਸੋਰਸ ਦੇ ਨਾਲ ਵੱਡੀ ਜੰਗ ਕਿਵੇਂ ਜਿੱਤਣੀ ਆ। ਹੁਣ ਉਹਨਾਂ ਦੇ ਵਿੱਚ ਆਪਾਂ ਜੇ ਸਾਰਿਆਂ ਦਾ ਜ਼ਿਕਰ ਕਰੀਏ ਬਹੁਤ ਲੰਮਾ ਹੋ ਜਾਊਗਾ। 2-3 ਪਰਿਵਾਰਾਂ ਦਾ ਆਪਾਂ ਜ਼ਿਕਰ ਕਰਦੇ ਹਾਂ ਜੀ। ਇੱਥੇ ਇੱਕ ਸੀਗੇ ਭਾਈ ਫਤਿਹ ਸਿੰਘ, ਇਹ ਗੁਰੂ ਰਾਮਦਾਸ ਜੀ ਦੇ ਇੱਕ ਸੇਵਕ ਹੋਏ ਨੇ, ਬਾਬਾ ਆਦਮ ਜੀ। ਉਹਨਾਂ ਦੇ ਘਰ ਪੁੱਤਰ ਦੀ ਦਾਤ ਉਹਨਾਂ ਨੇ ਮੰਗੀ ਸੀ ਗੁਰੂ ਸਾਹਿਬ ਤੋਂ, ਤੇ ਉਹਨਾਂ ਦੇ ਘਰ ਭਾਈ ਭਗਤੂ ਦਾ ਨਾਂ ਦਾ ਇੱਕ ਬੱਚਾ ਜਨਮ ਲੈਂਦਾ। ਤੇ ਉਹਦੀ ਬਹੁਤ ਵੱਡਾ ਇਤਿਹਾਸ ਆ। ਜੇ ਕਿਤੇ ਆਪਾਂ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਪੜ੍ਹਾਂਗੇ, ਰਾਮਦਾਸ ਜੀ ਦਾ ਇਤਿਹਾਸ, ਉਹਦੇ ਵਿੱਚ ਇਹ ਨਾਂ ਆਉਣਗੇ। ਤੇ ਉਹਦਾ ਭਾਈ ਭਗਤੂ ਦਾ ਪੋਤਰਾ ਸੀ ਭਾਈ ਫਤਿਹ ਸਿੰਘ। ਅੱਛਾ, ਹੁਣ ਉਸ ਪਹਿਲਾਂ ਤੋਂ ਸਿੱਖੀ 'ਚ ਪਰਿਵਾਰ ਰਚਿਆ ਹੋਇਆ ਸੀ। ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਇੱਕ ਤਾਂ ਉਹਨਾਂ ਨੂੰ ਸੁਨੇਹਾ ਦਿਓ ਤੁਸੀਂ। ਇਹ ਮਾਝੇ ਤੋਂ ਬਿਲੋਂਗ ਕਰਦੇ ਸੀਗੇ ਜੀ, ਠੀਕ ਹੈ। ਤੇ ਦੂਸਰੇ ਪਾਸੇ ਭਾਈ ਰੂਪਾ ਜੀ ਦਾ ਪਰਿਵਾਰ ਆ, ਇਹ ਤੁਗਲਾਣੀ ਪਿੰਡ ਆ, 6ਵੇਂ ਪਾਤਸ਼ਾਹ ਵੇਲੇ ਦਾ ਬਖਸ਼ਿਆ ਹੋਇਆ ਪਰਿਵਾਰ ਸੀਗਾ। ਜੇ ਤੁਸੀਂ 6ਵੇਂ ਪਾਤਸ਼ਾਹ ਦਾ ਇਤਿਹਾਸ ਪੜ੍ਹੋਗੇ, ਉਹਦੇ ਵਿੱਚ 2 ਸਿੱਖਾਂ ਦਾ ਨਾਂ ਆਉਂਦਾ ਜੀ, ਭਾਈ ਸਾਧਾ ਤੇ ਭਾਈ ਸਾਧੂ। ਖੇਤ ਦੇ ਵਿੱਚ ਕੰਮ ਕਰਦੇ ਨੇ, ਪਾਣੀ ਦਾ ਘੜਾ ਲੈ ਕੇ ਜਾਂਦੇ ਸੀ, ਦੂਰ ਦੂਰ ਤੱਕ ਜ਼ਮੀਨਾਂ ਹੁੰਦੀਆਂ ਸੀ।
ਕਿਸੇ ਦਰਖਤ ਥੱਲੇ ਦੱਬ ਕੇ ਘੜਾ, ਠੰਡਾ ਰਹਿੰਦਾ ਸੀ ਪਾਣੀ ਗਰਮੀ ਦੇ ਮਹੀਨੇ। ਸੋ ਬਹੁਤ ਜਦੋਂ ਗਰਮੀ ਲੱਗੀ ਪਾਣੀ ਪੀਣ ਦਰਖਤ ਥੱਲੇ ਆਏ, ਜਦੋਂ ਘੜਾ ਕੱਢਿਆ ਬਹੁਤ ਠੰਡਾ ਪਾਣੀ। ਤਾਂ ਮਨ 'ਚ ਵਿਚਾਰ ਆ ਗਿਆ, ਕਹਿੰਦੇ ਵੀ ਇਹ ਪਾਣੀ ਤਾਂ ਜੇ ਕਿਤੇ ਗੁਰੂ ਪਾਤਸ਼ਾਹ ਆ ਜਾਣ 6ਵੇਂ ਪਾਤਸ਼ਾਹ ਇਲਾਕੇ 'ਚ ਵੀ ਉਹ ਛਕਣ ਇੰਨਾ ਠੰਡਾ ਪਾਣੀ। ਤਾਂ ਗੁਰੂ ਸਾਹਿਬ ਜਿੱਥੇ ਸੀ ਉੱਥੋਂ ਘੋੜਾ ਦੜਾਇਆ। ਅੱਛਾ। ਉਹਨਾਂ ਦੀ ਭਾਵਨਾ ਨੂੰ ਸਮਝਦੇ ਉੱਥੇ ਗਏ, ਕਹਿੰਦੇ ਛਕਾਓ ਭਾਈ ਜਲ। ਉਹ ਜਲ ਛਕਿਆ, ਉਹਨਾਂ ਨੂੰ ਬਖਸ਼ਿਸ਼ਾਂ ਕੀਤੀਆਂ ਗੁਰੂ ਸਾਹਿਬ ਨੇ। ਆਪਣੇ ਕੋਲੋਂ ਇੱਕ ਕੜਛਾ ਤੇ ਇੱਕ ਖੰਡਾ ਉਹਨਾਂ ਨੂੰ ਬਖਸ਼ਿਆ ਗੁਰੂ ਸਾਹਿਬ ਨੇ, 6ਵੇਂ ਪਾਤਸ਼ਾਹ ਨੇ। ਤੇ ਨਾਲ ਕਿਹਾ ਕਿ ਤੁਹਾਡੀ ਕੁਲ 'ਚ ਇੱਕ ਵੀ ਆਊਗਾ ਉਹਨੂੰ ਇਹਦੀ ਖੰਡੇ ਦੀ ਲੋੜ ਪਊ। ਭਾਈ ਰੂਪੇ ਦਾ ਇਹ ਪਰਿਵਾਰ ਹੈ ਜੀ, ਤੁਗਲਾਣੀ ਪਿੰਡ ਮਾਲਵੇ ਦੇ ਵਿੱਚ। ਸੋ ਇਦਾਂ ਸੁਨੇਹੇ ਭੇਜੇ। ਇਹਦੇ ਨਾਲ ਬੰਦਾ ਸਿੰਘ ਬਹਾਦਰ ਨੂੰ ਇੱਕ ਗੱਲ ਪੱਕੀ ਹੋ ਗਈ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ। ਤੇ ਉਹ ਪਰਿਵਾਰਾਂ ਨੇ ਪੈਰੀਂ ਜੁੱਤੀ ਨਹੀਂ ਪਾਈ। ਜਦੋਂ ਹੀ ਸੁਨੇਹੇ ਮਿਲੇ ਉਹ ਚੱਲ ਪਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਵਾਧਾ ਸ਼ੁਰੂ ਹੋ ਗਿਆ ਜੀ। ਸੋ ਹੁਣ ਕਰਦੇ ਕਰਦੇ ਗੱਲ ਪਹੁੰਚ ਗਈ ਉਹਨਾਂ ਪਰਿਵਾਰਾਂ ਨੂੰ ਸੁਨੇਹੇ ਪਹੁੰਚਾਉਣ ਤੱਕ ਜਿਹੜੇ 10ਵੇਂ ਪਾਤਸ਼ਾਹ ਨੇ ਦੱਸੇ ਸੀ ਵੀ ਇਹਨਾਂ ਤੇ ਅੱਖਾਂ ਮੀਚ ਕੇ ਵਿਸ਼ਵਾਸ ਕੀਤਾ ਜਾ ਸਕਦਾ ਆ। ਉਹਨਾਂ ਤੱਕ ਸੁਨੇਹੇ ਵੀ ਪਹੁੰਚ ਗਏ। ਉਹਨਾਂ ਪਰਿਵਾਰਾਂ ਨੇ ਜਿਵੇਂ ਤੁਸੀਂ ਦੱਸਿਆ ਵੀ ਪੈਰੀ ਜੁੱਤੀ ਨਹੀਂ ਪਾਈ, ਉਵੇਂ ਆ ਗਏ ਜਿਵੇਂ ਸੁਨੇਹਾ ਪਹੁੰਚਿਆ ਗੁਰੂ ਦਾ। ਉਹਨਾਂ ਨੇ ਇਹਨਾਂ ਨੂੰ ਗੁਰੂ ਦਾ ਸੁਨੇਹਾ ਹੀ ਮੰਨ ਕੇ ਪਹੁੰਚੇ ਉੱਥੇ। ਅੱਗੇ ਫਿਰ ਕਿਵੇਂ ਯੁੱਧ ਕਿਵੇਂ ਹੁੰਦਾ ਹੈ? ਮੈਂ ਇਹਦੇ ਤੇ ਨਾ ਥੋੜਾ ਜਿਹਾ ਜਿਹੜਾ ਕਰਾਮਾਤ ਦੀ ਗੱਲ ਆ ਜੀ, ਅਸੀਂ ਨਾ ਕਰਾਮਾਤ ਸਮਝਦੇ ਵੀ ਚੁਟਕੀ ਮਾਰ ਕੇ ਕਿਸੇ ਨੂੰ ਸੁਆਹ ਕਰ ਦੇਣਾ, ਕਿਸੇ ਨੂੰ ਭਸਮ ਕਰ ਦੇਣਾ, ਹਵਾ ਚੁੱਟ ਜਾਣਾ, ਇਹਨੂੰ ਅਸੀਂ ਕਰਾਮਾਤ ਸਮਝਦੇ ਸੀਗੇ ਜੀ। ਜੇ ਅਸੀਂ ਥੋੜਾ ਜਿਹਾ ਪਿੱਛੇ ਧਿਆਨ ਮਾਰੀਏ, ਜਦੋਂ ਗੁਰੂ ਹਰਿਰਾਏ ਸਾਹਿਬ ਨੇ ਰਾਮ ਰਾਏ ਨੂੰ ਦਿੱਲੀ ਪਹੁੰਚਿਆ, 72 ਕਰਾਮਾਤਾਂ ਉਹਨੇ ਔਰੰਗਜ਼ੇਬ ਨੂੰ ਦਿਖਾਈਆਂ ਰਾਮ ਰਾਏ ਨੇ। ਉਹ ਵੀ ਇੱਕ ਵੱਡਾ ਇਤਿਹਾਸ ਆ। 72 ਕਰਾਮਾਤਾਂ ਸਾਡੇ ਇਤਿਹਾਸ 'ਚ ਲਿਖੀਆਂ ਹੋਈਆਂ ਨੇ। ਉਹ ਕਹਿੰਦਾ ਕਰਾਮਾਤ, ਉਹ ਕਹਿੰਦਾ ਕਰਾਮਾਤ ਕਿਹੜੀ ਗੱਲ ਆ, ਸਾਡੇ ਗੁਰੂ ਘਰ ਦੇ ਵਿੱਚ ਤਾਂ ਇਹ ਚੁਟਕੀ ਦਾ ਕੰਮ ਆ। ਤੇ ਔਰੰਗਜ਼ੇਬ ਰਾਮ ਰਾਏ ਤੋਂ ਜ਼ਿਆਦਾ ਪ੍ਰਭਾਵਿਤ ਹੋ ਗਿਆ ਕਿ ਇਹ ਗੁਰੂ ਬਣਨ ਲਈ ਲਾਇਕ ਬੰਦਾ ਜਿਹਨੂੰ ਕਰਾਮਾਤਾਂ ਆਉਂਦੀਆਂ ਨੇ। ਪਰ ਸਾਡੇ ਗੁਰਸਿੱਖ ਧਰਮ ਦੇ ਵਿੱਚ ਕਰਾਮਾਤਾਂ ਦੀ ਮਨਾਹੀ ਸੀ। ਹੁਣ ਕਰਾਮਾਤ ਕੀ ਕੀਤੀ ਬਾਬਾ ਬੰਦੇ ਬਹਾਦਰ ਨੇ ਕਿ ਬਿਨਾਂ ਟ੍ਰੇਨਿੰਗ ਦੀ ਫੌਜ ਲੈ ਕੇ, ਜਿਹਨੂੰ ਕੋਈ ਟ੍ਰੇਨਿੰਗ ਟਾਈਮ ਹੀ ਨਹੀਂ ਸੀ ਟ੍ਰੇਨਿੰਗ ਦਾ, ਤਾਂ ਸਰਹੰਦ ਦੇ ਸੂਬੇ ਨੂੰ ਮਾਰ ਲਿਆ, ਸਰਹੰਦ ਢਾਤੀ, ਰਾਜ ਕਾਇਮ ਕਰ ਲਿਆ। ਕਿਸੇ ਵੀ ਬੰਦੇ ਨੂੰ ਫੌਜੀ ਟ੍ਰੇਨਿੰਗ ਦੇਣੀ ਆ, ਤੁਹਾਨੂੰ ਸਾਲ ਦੀ ਟ੍ਰੇਨਿੰਗ ਤਾਂ ਮਿਨੀਮਮ ਹੋਣੀ ਚਾਹੀਦੀ ਆ ਜੀ। ਇੱਕ ਖੇਤ 'ਚ ਹਲ ਵਾਹੁੰਦੇ ਬੰਦੇ ਨੂੰ ਫੌਜ ਦੇ ਵਿੱਚ ਲਿਆ ਕੇ ਹਥਿਆਰ ਫੜਾ ਦਿੱਤੇ। ਇਹ ਕਰਾਮਾਤ ਸੀਗੀ, ਇਹ ਬਾਬੇ ਬੰਦੇ ਦੀ ਕਰਾਮਾਤ ਆ। ਇਹਨੂੰ ਇਵੇਂ ਦੇਖਣਾ ਚਾਹੀਦਾ ਜੀ। ਹੁਣ ਇੱਕ ਪਹਿਲੀ ਜਿਹੜੀ ਲੜਾਈ ਸ਼ੁਰੂ ਹੁੰਦੀ ਹੈ ਜੀ, ਉੱਥੇ ਇੱਕ ਬੜਾ ਪਿੰਡ ਹੈ ਜੀ ਬਾਂਗਰ ਦੇ ਵਿੱਚ। ਉੱਥੋਂ ਦੇ ਲੋਕ ਇਕੱਠੇ ਹੋ ਕੇ ਆਏ। ਉਹ ਕਹਿੰਦੇ ਵੀ ਸਾਡੇ ਜਿਹੜਾ ਬੰਦਾ ਮੁਖੀਆ ਸਾਡੇ ਪਿੰਡ ਦਾ, ਉਹ ਸਾਨੂੰ ਬਹੁਤ ਤੰਗ ਕਰਦਾ। ਹਿੰਦੂ ਲੋਕ ਸੀਗੇ। ਤਾਂ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਵੀ ਕੀ ਤੰਗ ਕਰਦਾ? ਉਹ ਕਹਿੰਦੇ ਜੀ ਵੀ ਜਦੋਂ ਕੋਈ ਕੁੜੀ, ਉਹਨੇ 10 ਵੀ ਬਦਮਾਸ਼ ਰੱਖੇ ਹੋਏ ਨੇ, ਜਦੋਂ ਕਿਸੇ ਦੀ ਕੁੜੀ ਮਟਿਆਰ ਹੁੰਦੀ ਆ, ਉਹ ਹਿਸਾਬ ਕਿਤਾਬ ਰੱਖਦੇ ਆ। ਕੋਈ ਹਿੰਦੂਆਂ ਦੀ ਕੁੜੀ ਵਿਆਹ ਤੋਂ ਪਹਿਲਾਂ ਉਹਨੂੰ ਉਹਦੇ ਘਰੇ ਹਫ਼ਤਾ ਰਹਿਣਾ ਪੈਂਦਾ, ਉਹਦੀ ਇੱਜ਼ਤ ਨਾਲ ਖੇਡ ਕੇ ਫਿਰ ਉਹਨੂੰ ਸਹੁਰੀ ਵਸੇਬਾ ਹੁੰਦਾ। ਬਈ ਅਸੀਂ ਕੁਝ ਕਹਿ ਨਹੀਂ ਸਕਦੇ, ਸਾਡੇ ਤੇ ਰਾਜ ਆ। ਗੁਰੂ ਸਾਹਿਬ ਵੇਲੇ ਸਾਨੂੰ ਇੱਕ ਆਸਰਾ ਸੀਗਾ, ਜਦੋਂ ਦੇ ਗੁਰੂ ਸਾਹਿਬ ਗਏ ਇਹਨੇ ਹੋਰ ਜ਼ੁਲਮਾਂ ਦੀ ਅੱਤ ਮਚਾਤੀ ਹੈ ਬੰਦੇ ਨੇ। ਤਾਂ ਬੰਦਾ ਸਿੰਘ ਬਹਾਦਰ ਕਹਿੰਦੇ ਵੀ ਸਭ ਤੋਂ ਪਹਿਲਾਂ ਇੱਥੋਂ ਹੀ ਸ਼ੁਰੂ ਕਰੋ। ਅੱਛਾ। ਹੁਣ ਉਹ ਬੰਦੇ 2 ਦਿਨ ਰਹੇ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਥੇ ਸਥਾਨ ਤੇ, ਡੇਰੇ ਤੇ, ਕਹ ਲਓ ਤੁਸੀਂ, ਜਿੱਥੇ ਉਹਨਾਂ ਦਾ ਕੈਂਪ ਲੱਗਾ ਸੀ। ਉਹਨਾਂ ਨੂੰ ਸਿੱਖਾਂ ਦੇ ਨਾਲ ਦੇ ਨੇ ਦੱਸਿਆ ਵੀ ਇੱਦਾਂ ਦਾ ਹਿਸਟਰੀ ਹੈ ਜਿਹੜੀ ਆਪਾਂ ਹੁਣ ਪਿੱਛੇ ਸੁਣਾਈ ਆ, ਜੀ, ਉਹ ਸਾਰੀ ਹਿਸਟਰੀ ਦੱਸੀ ਵੀ ਇੱਦਾਂ ਇੱਕ ਹਿਰਨੀ ਦਾ ਸ਼ਿਕਾਰ ਕਰ ਲਿਆ। ਫਿਰ ਉਹ ਬੰਦੇ ਸੋਚਣ ਲੱਗ ਗਏ ਮਨ ਹੀ ਮਨ, ਯਾਰ ਆਪਾਂ ਕਿ ਇਹਦੇ ਕੋਲ ਬੇਨਤੀ ਤਾਂ ਕਰ ਲਈ, ਇਹ ਨਾ ਹੋਵੇ ਵੀ ਜਿਹੜਾ ਜ਼ਾਲਮ ਹਾਕਮਾ ਮੁੜ ਕੇ ਆਪਾਂ ਨੂੰ ਵੱਢੇ, ਇਹ ਤੋਂ ਕੁਝ ਹੋਵੇ ਹੀ ਨਾ। ਉਹਨਾਂ ਦੇ ਮਨ 'ਚ ਇੱਕ ਸ਼ੰਕਾ ਪੈਦਾ ਹੋ ਗਿਆ। ਅੱਛਾ। ਵੀ ਆਪਾਂ ਆ ਕੇ ਕਹਿ ਤਾਂ ਦਿੱਤਾ, ਜਿਵੇਂ ਦਾ ਪਿਛੋਕੜ ਆ ਜੀ, ਵੀ ਜਿਹੜਾ ਇੱਕ ਹਿਰਨੀ ਦਾ ਖੂਨ ਦੇਖ ਕੇ ਘਬਰਾ ਗਿਆ, ਬਰਾਗੀ ਹੋ ਗਿਆ, ਕਿਤੇ ਐਸਾ ਨਾ ਹੋਵੇ ਵੀ ਆਪਾਂ ਪੰਗਾ ਹੀ ਲੈ ਲਿਆ, ਮੁੜ ਕੇ ਆਪਾਂ ਨੂੰ ਉਹ ਹੋਰ ਤੰਗ ਕਰੇ। ਤੇ ਬਾਬਾ ਬੰਦਾ ਸਿੰਘ ਬਹਾਦਰ ਆਤਮਿਕ ਅਵਸਥਾ ਉੱਚੀ ਸੀ, ਸਮਝ ਗਏ ਕਿ ਇਹਨਾਂ ਦੇ ਮਨ ਦੇ ਵਿੱਚ ਇਹਨਾਂ ਨੂੰ ਵਿਸ਼ਵਾਸ ਨਹੀਂ ਰਿਹਾ, ਡੋਲ ਗਏ ਨੇ। ਹੁਣ ਗੱਲ ਦੱਸ ਕੇ ਤੇ ਇਹਨਾਂ ਨੂੰ ਲੱਗਦਾ ਹੁਣ ਲੈ ਕੇ ਤਾਂ ਚੱਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ, ਨਾਲ ਡਰ ਵੀ ਰਹੇ ਨੇ। ਉੱਥੇ ਪਹੁੰਚੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਸਾਰਿਆਂ ਨੂੰ ਕਮਰੇ 'ਚ ਬੰਦ ਕਰ ਲਿਆ, ਜਿਹੜੇ ਬੰਦੇ ਆਏ ਸੀ ਸੁਨੇਹਾ ਲੈ ਕੇ ਜੀ। ਉਹ ਕਹਿੰਦੇ ਆ ਕਮਰੇ 'ਚ ਬੰਦ ਕਰੋ ਇਹਨਾਂ ਨੂੰ। ਬੰਦ ਕਰਕੇ ਜਦੋਂ ਹੱਲਾ ਕੀਤਾ ਉਹਦੇ ਤੇ ਛੋਟੀ ਜਿਹੀ ਫੌਜ ਨਾਲ, ਹੁਣ ਜਿਹੜਾ ਕਾਮੀ ਬੰਦਾ ਉਹ ਰੇਪ ਤਾਂ ਕਰ ਸਕਦਾ,
ਲੜਾਈ ਨਹੀਂ ਕਰ ਸਕਦਾ। ਤੇ ਜਿੰਨੀ ਕੁ ਫੌਜ ਸੀ ਉਹਦੀ ਭੱਜ ਗਈ, ਕੁਛ ਮਾਰਤੀ। ਉਹ ਬੰਦੇ ਨੇ ਆਪਦੇ ਆਪ ਨੂੰ ਇੱਕ ਆਪਦੇ ਘਰ ਦੇ ਵਿੱਚ ਬੰਦ ਕਰ ਲਿਆ, ਅੰਦਰੋਂ ਕੁੰਡਾ ਲਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਰਹੇ ਉਹ ਬਾਹਰ ਆ ਜਾ, ਆ ਕੇ ਤੇਰੇ ਨਾਲ ਗੱਲ ਕਰਦੇ ਆ, ਬੰਦਿਆਂ ਵਾਂਗੂ ਆਪਣਾ ਨਵਾਬੀ ਸਾਂਭ ਲਾ, ਕੰਮ ਕਰ, ਆਪਣਾ ਰਾਜ ਚਲਾ ਲਾ, ਅਸੀਂ ਤੈਨੂੰ ਕੁਛ ਨਹੀਂ ਕਹਿੰਦੇ, ਜਿਹੜੇ ਗਲਤ ਕੰਮ ਕਰਦਾ ਉਹ ਬੰਦ ਕਰ। ਉਹ ਅੰਦਰੋਂ ਨਹੀਂ ਨਿਕਲਿਆ। 3-4 ਵਾਰੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਕਿਹਾ ਬਾਹਰ ਆ ਜਾ, ਨਹੀਂ ਮੰਨਿਆ। ਤਾਂ ਬਾਬਾ ਬੰਦਾ ਸਿੰਘ ਬਹਾਦਰ ਫੌਜ ਨੂੰ ਕਹਿੰਦੇ ਕਿ ਲੱਕੜਾਂ ਇਕੱਠੀਆਂ ਕਰੋ, ਇਹਦੀ ਹਵੇਲੀ ਦੇ ਆਲੇ ਦੁਆਲੇ ਲਾਓ। ਜਿਹੜੀਆਂ ਲੱਕੜਾਂ ਆਲੇ ਦੁਆਲੇ ਪਾਥੀਆਂ ਜੋ ਪਿਆ ਸੀ ਹਵੇਲੀ ਦੇ ਆਲੇ ਦੁਆਲੇ ਚਿਣ ਕੇ ਕਹਿੰਦੇ ਅੱਗ ਲਾ ਦਿਓ। ਹਵੇਲੀ ਦੇ ਵਿੱਚ ਜਿਉਂਦੇ ਨੂੰ ਸਾੜਤਾ। ਹੁਣ ਇਹ ਗੱਲ ਸੁਣ ਕੇ ਤੁਹਾਨੂੰ ਕਈ ਲੋਕਾਂ ਨੂੰ ਅੱਜ ਦੇ ਜ਼ਮਾਨੇ 'ਚ ਡੈਮੋਕ੍ਰੇਸੀ ਦੇ ਵਿੱਚ ਲੱਗੂਗਾ ਯਾਰ ਮਤਲਬ ਇਹ ਤਾਂ ਅਣਜਾਣ ਕਿਸੇ ਬੰਦੇ ਨੂੰ ਜਿਉਂਦੇ ਨੂੰ ਅੱਗ ਲਾ ਦਿੱਤੀ। ਪਰ ਉਹਦੇ ਜਿਹੜੇ ਜ਼ੁਲਮ ਸੀਗੇ, ਉਹਦੇ ਜ਼ੁਲਮਾਂ ਤੋਂ ਬਾਅਦ ਕਿੰਨੀਆਂ ਕੁੜੀਆਂ ਨੇ ਨਹਿਰਾਂ 'ਚ ਦਰਿਆਵਾਂ 'ਚ ਛਾਲਾਂ ਮਾਰੀਆਂ ਕਿ ਅਸੀਂ ਉਹਦੇ ਮਾਂ ਪਿਓ ਨੂੰ ਮੂੰਹ ਦਿਖਾਉਣ ਜੋਗੀਆਂ ਨਹੀਂ ਰਹੀਆਂ, ਸਾਡੇ ਨਾਲ ਆਹ ਹੋਇਆ। ਤੇ ਇੱਕ ਇੰਪੋਰਟੈਂਟ ਗੱਲ ਆਪਣੇ ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਕਰੀ ਆ ਕਿ ਅੱਜ ਵੀ ਜੇ ਕੋਈ ਰੇਪ ਕਰੇ ਤਾਂ ਉਹਨੂੰ ਅਸੀਂ ਮੰਗ ਕਰਦੇ ਹਾਂ ਕਿ ਇਹਨੂੰ ਫਾਂਸੀ ਚੜਾਓ, ਇਹਨੂੰ ਮੌਤ ਦੀ ਸਜ਼ਾ ਦਿਓ। ਤੇ ਸਿੱਖੀਜ਼ਮ ਦੇ ਵਿੱਚ ਜੇ ਕਿਸੇ ਨੂੰ ਫੜ ਕੇ ਮਾਰਿਆ ਗਿਆ ਅੱਜ ਤੱਕ, ਜੇ ਕਿਸੇ ਬੰਦੇ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ, ਲੜਾਈ ਦੇ ਵਿੱਚ ਫੜਨ ਤੋਂ ਬਾਅਦ ਮਾਰਿਆ ਗਿਆ ਤਾਂ ਉਹ ਰੇਪਿਸਟ ਨੂੰ ਮਾਰਿਆ ਗਿਆ। ਜਿਹਦੇ ਤੇ ਇਹ ਕਲੰਕ ਲੱਗੇ ਹੋਏ ਸੀ ਜਿਹੜੇ ਲੋਕਾਂ ਤੇ, ਜਿਹੜੇ ਇਲਾਕੇ ਦੀ ਇੱਜ਼ਤ ਨਾਲ ਖੇਡਦੇ ਸੀ, ਉਹਨਾਂ ਨੂੰ ਕਦੇ ਨਹੀਂ ਬਖਸ਼ਿਆ। ਉਹਦੇ ਵਿੱਚ ਐਗਜ਼ਾਮਪਲਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਬਸੀ ਪਠਾਣਾ ਦੇ ਨਵਾਬ ਨੂੰ ਮਾਰਿਆ ਸੀਗਾ, ਫੜ ਕੇ ਮਾਰਿਆ ਸੀ ਕਿ ਉਹਨੇ ਕਿਸੇ ਦੇ ਡੋਲਾ ਲੈ ਗਿਆ ਸੀਗਾ ਖੋਹ ਕੇ। ਤੇ ਉਹ ਤੋਂ ਬਾਅਦ ਹਰੀ ਸਿੰਘ ਨਲੂਏ ਨੇ, ਹਰੀ ਸਿੰਘ ਭੰਗੀ ਨੇ, ਕਈ ਐਗਜ਼ਾਮਪਲਾਂ ਹੈਗੀਆਂ। ਜਦੋਂ ਕੋਈ ਰੇਪਿਸਟ ਟਾਈਪ ਦਾ ਬੰਦਾ ਆਉਂਦਾ ਉਹਨੂੰ ਸਜ਼ਾਏ ਮੌਤ ਆ ਸਿੱਖੀ ਦੇ ਵਿੱਚ ਪਹਿਲਾਂ ਹੀ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੋਂ ਸ਼ੁਰੂ ਕੀਤੀ। ਫਿਰ ਉਹਨਾਂ ਨੂੰ ਹਵੇਲੀ 'ਚੋਂ ਕੱਢਿਆ ਬੰਦਿਆਂ ਨੂੰ ਜਿਹੜੇ ਬੰਦ ਕਰੇ ਹੋਏ ਸੀਗੇ, ਮੁਖੀਏ ਜਿਹੜੇ ਪ੍ਰਬੰਧਕ ਸੀਗੇ। ਉਹਨੂੰ ਫਿਰ ਵਿਸ਼ਵਾਸ ਹੋਇਆ ਕਿ ਬਈ ਨਹੀਂ, ਇਸ ਬੰਦੇ ਦੇ ਵਿੱਚ ਤਾਂ ਬਹੁਤ ਸ਼ਕਤੀ ਆ, ਸਾਡਾ ਸਾਰਾ ਇਲਾਕਾ ਹੁਣ ਸ਼ਾਂਤੀ ਨਾਲ ਜਿਉਂ ਸਕਦਾ। ਸੋ ਹੁਣ ਬਾਬਾ ਬੰਦਾ ਸਿੰਘ ਬਹਾਦਰ ਕੀ ਕਰਦੇ ਸੀ, ਜਿੱਥੇ ਇੱਕ ਕਿਸੇ ਨੂੰ ਮਾਰਦੇ ਸੀ, ਰਾਜ ਖੋਹਦੇ ਸੀ, ਭਾਵੇਂ ਉਹ ਛੋਟੀ ਰਿਆਸਤ ਸੀ, ਛੋਟੀ ਤਹਿਸੀਲ ਸੀ, ਉੱਥੇ ਆਪਦੇ ਇੱਕ ਸਿੰਘ ਨੂੰ ਪ੍ਰਬੰਧ ਦੇ ਦਿੰਦੇ ਸੀ। ਹੁਣ ਇਹ ਯੁੱਧ ਨੀਤੀ ਸੀ, ਸਿੱਧੇ ਜਾ ਕੇ ਸਰਹੰਦ ਦੇ ਨਵਾਬ ਨਾਲ ਸਿੱਧੀ ਟੱਕਰ ਨਹੀਂ ਲਈ। ਬਾਬਾ ਬੰਦਾ ਸਿੰਘ ਬਹਾਦਰ ਦੀ ਵਿਚਾਰ ਸੀ ਕਿ ਜੇ ਅਸੀਂ ਸਿੱਧੇ ਸਰਹੰਦ ਪਹੁੰਚ ਗਏ, ਇੱਕ ਤਾਂ ਸਾਡੇ ਕੋਲ ਫੌਜ ਥੋੜੀ ਆ, ਇੱਕ ਉਹਦੇ ਜਿਹੜੇ ਆਲੇ ਦੁਆਲੇ 27 ਪਰਗਣਿਆਂ ਦੇ ਵਿੱਚ ਫੌਜਾਂ ਬੈਠੀਆਂ ਜੀ, ਉਹਨਾਂ ਨੇ ਸਾਨੂੰ ਉੱਤੋਂ ਦੀ ਘੇਰਾ ਪਾ ਲੈਣਾ। ਅੰਦਰ ਮੰਨ ਲਓ ਵਜ਼ੀਰ ਖਾਨ ਬੈਠਾ, ਉਹਨੂੰ ਅਸੀਂ ਘੇਰਾ ਪਾਇਆ ਹੋਇਆ, ਸਾਨੂੰ ਇੱਕ ਵੱਡੀ ਫੌਜ ਨੇ ਉੱਤੋਂ ਦੀ ਘੇਰਾ ਪਾ ਲਿਆ, ਸਾਡੇ ਕੋਲ ਕੋਈ ਵੇ ਆਊਟ ਨਹੀਂ ਰਹੂਗਾ। ਤਾਂ ਉਹਨੇ ਕਿਹਾ ਪਹਿਲਾਂ ਆਲੇ ਦੁਆਲੇ ਜਿਹੜੇ ਪਰਗਣਿਆਂ ਨੂੰ ਸੋਧੋ ਜੀ, ਉਹਦੇ ਨਾਲ ਫੌਜ ਇਕੱਠੀ ਕਰੋ, ਫੌਜ ਇਕੱਠੀ ਕਰਨ ਤੋਂ ਬਾਅਦ ਫਿਰ ਵੱਡੀ ਲੜਾਈ ਲਈ ਤਿਆਰ ਹੋਵਾਂਗੇ ਅਸੀਂ। ਸੋ ਇੱਥੇ 2-3 ਯੁੱਧ ਨੀਤੀ ਦੀਆਂ ਜਿਹੜੀਆਂ ਗੱਲਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ, ਉਹ ਜ਼ਰੂਰ ਕਰਨ ਵਾਲੀਆਂ ਨੇ ਜੀ। ਇੱਕ ਤਾਂ ਵੀ ਹਥਿਆਰ ਕਿੱਥੋਂ ਲੈਣੇ ਆ। ਹੁਣ ਜਿਹਨੂੰ ਉਹ ਕੁੱਟਦੇ ਸੀ, ਜਿਹਨੂੰ ਲੁੱਟਦੇ ਸੀ, ਉਹਦੇ ਲਈ ਉਹਨਾਂ ਨੇ ਇੱਕ ਸਕੀਮ ਬਣਾਈ ਕਿ ਪਿੰਡਾਂ ਦੇ ਜਿਹੜੇ ਬਦਮਾਸ਼ ਟਾਈਪ ਲੋਕ ਹੁੰਦੇ ਆ, ਲਟੇਰੇ, ਉਹ ਇਹੋ ਜਿਹੇ ਧੜਿਆਂ ਦੇ ਵਿੱਚ ਆ ਜਾਂਦੇ ਆ। ਉਹ ਕਹਿੰਦੇ ਲੁੱਟ ਮਾਰ ਕਰਾਂਗੇ, ਅਮੀਰ ਗਰੀਬ ਜਿਹਦਾ ਕੁਛ ਹੋਊਗਾ ਲੁੱਟ ਕੇ ਲਿਆਵਾਂਗੇ, ਮੱਝਾਂ ਹੀ ਖੋਲ੍ਹ ਲਿਆਵਾਂਗੇ। ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਮਨਾਹੀ ਨਹੀਂ ਕੀਤੀ ਉਹਨਾਂ ਨੂੰ, ਕਹਿੰਦੇ ਆ ਜਾਓ ਕੋਈ ਗੱਲ ਨਹੀਂ। ਉਹਨੂੰ ਕਹਿੰਦੇ ਸਾਨੂੰ ਸਿਰਫ ਘੋੜੇ ਚਾਹੀਦੇ ਆ, ਹਥਿਆਰ ਚਾਹੀਦੇ ਆ, ਬਾਕੀ ਲੁੱਟ ਤੁਹਾਡੀ, ਤੁਸੀਂ ਜੋ ਲੁੱਟ ਲਮ ਲੈ ਜਾਓ, ਮੱਝਾਂ ਖੋਲ੍ਹ ਕੇ ਲੈ ਜਾਓ, ਜੋ ਸਾਜੋ ਸਮਾਨ ਚਾਹੀਦਾ ਚੱਕ ਲਓ, ਅਸੀਂ ਤਾਂ ਸਜ਼ਾ ਦੇਣੀ ਆ ਤੇ ਸਾਨੂੰ ਸਿਰਫ ਘੋੜੇ ਤੇ ਹਥਿਆਰ ਚਾਹੀਦੇ। ਜਿਹੜੇ ਸ਼ਹਿਰ ਨੂੰ ਲੁੱਟਣਾ ਉਹ ਸਾਡੇ ਹੋਣਗੇ, ਬਾਕੀ ਸਮਾਨ ਤੁਹਾਡਾ ਹੋਊਗਾ। ਹੁਣ ਜਦੋਂ 1-2 ਲੜਾਈਆਂ ਦੇ ਵਿੱਚ ਧਾੜਵੀ ਆਪਦੇ ਪਿੰਡਾਂ ਨੂੰ 10-10 ਮੱਝਾਂ ਲੈ ਗਏ, ਸਮਾਨ ਲੈ ਗਏ, ਮੰਜੇ ਚੱਕ ਕੇ ਲੈ ਗਏ ਲੋਕਾਂ ਦੇ, ਸੋਨਾ ਚਾਂਦੀ, ਤਾਂ ਪਿੰਡਾਂ ਦੇ ਜਿਹੜੇ ਹੋਰ ਗੱਭਰੂ ਸੀ ਉਹ ਕਹਿੰਦੇ ਅਗਲੀ ਵਾਰੀ ਚਾਚਾ ਸਾਨੂੰ ਵੀ ਲੈ ਕੇ ਚੱਲਿਓ ਨਾਲ। ਉਹਨਾਂ ਨੂੰ ਲਾਲਚ ਵਾਸਤੇ ਤੁਰ ਪਏ, ਪਰ ਤੁਰ ਪਏ ਨਾਲ। ਹੁਣ ਇਹ ਨੀਤੀ ਆ ਕਿ ਫੌਜ ਨੂੰ ਵੱਡੀ ਕਰਨ ਦੇ ਲਈ ਤੁਹਾਨੂੰ ਕੁਛ ਤਰੀਕੇ ਅਪਣਾਉਣੇ ਪੈਣਗੇ। ਜੇ ਅੱਜ ਇਹਨੂੰ ਆਪਾਂ ਬਹਿ ਕੇ ਕਾਨੂੰਨ ਦੇ ਹਿਸਾਬ ਨਾਲ ਦੇਖੀਏ, ਗਲਤ ਗੱਲ ਲੱਗੂਗੀ, ਬਹੁਤ ਲੋਕੀ ਇਵੇਂ ਸੋਚਣਗੇ। ਪਰ ਜਿਹੜੇ ਜ਼ੁਲਮ ਹੋ ਰਹੇ ਸੀ ਪੰਜਾਬ ਤੇ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ, ਉਹਨਾਂ ਦੇ ਅਗੇਂਸਟ ਇਹ ਗੱਲਾਂ ਕੁਛ ਨਹੀਂ ਸੀ। ਇੱਕ ਫੌਜ ਤਿਆਰ ਕਰਨੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਲਾਲਚੀ ਲੋਕਾਂ ਨੂੰ ਲਾਲਚ ਪਾਇਆ। ਈਵਨ ਤੁਸੀਂ ਦੇਖਿਓ 71 ਦੀ ਲੜਾਈ ਦੇ ਵਿੱਚ ਤੁਹਾਡੇ ਇਲਾਕੇ 'ਚ ਇਹ ਵਾਪਰਿਆ, ਮਾਝੇ ਦੇ ਇਲਾਕੇ 'ਚ, ਕਿ ਭਾਰਤ ਸਰਕਾਰ ਨੇ ਕਹਿਤਾ ਕਿ ਬਿਆਸ ਦਰਿਆ ਤੇ
ਆਪਣੀਆਂ ਫੌਜਾਂ ਖੜੀਆਂ ਕਰ ਲਓ, ਜੀ ਉਹਨਾਂ ਦਾ ਬਹੁਤ ਜ਼ੋਰ ਹੈਗਾ, ਅੰਮ੍ਰਿਤਸਰ ਛੱਡ ਦਿਓ ਹੈ ਨਾ। ਉਹ ਹਰਬਖਸ਼ ਸਿੰਘ, ਜਨਰਲ ਹਰਬਖਸ਼ ਸਿੰਘ ਨੇ ਕਿਹਾ ਕਿ ਨਹੀਂ, ਅੱਗੇ ਅਸੀਂ ਨਨਕਾਣਾ ਸਾਹਿਬ ਛੱਡਿਆ, ਹੁਣ ਅਸੀਂ ਅੰਮ੍ਰਿਤਸਰ ਨਹੀਂ ਛੱਡ ਸਕਦੇ, ਮਰ ਜਾਾਂਗੇ, ਸਾਡੇ ਮਰਿਆਂ ਤੋਂ ਬਾਅਦ ਫੌਜ ਆਊਗੀ। ਸੋ ਉਹਨਾਂ ਨੇ ਆਪਣੇ ਵੱਡੇ ਜਰਨਲਾਂ ਦੇ ਹੁਕਮ ਤੋਂ ਬਾਹਰ ਜਾ ਕੇ ਇੱਕ ਹੱਲਾ ਬੋਲਿਆ। ਉਹ ਹੱਲੇ ਦੇ ਵਿੱਚ ਉਹ ਲਾਹੌਰ ਦੇ ਨੇੜੇ ਤੱਕ ਪਹੁੰਚ ਗਏ ਤੇ ਸਿਵਲੀਅਨ ਲੋਕ ਪਿੰਡਾਂ ਵਾਲੇ ਨਾਲ ਗਏ, ਹੈਲਪ ਕੀਤੀ ਤੇ ਫੌਜ ਨੇ ਕਿਹਾ ਜੋ ਚੱਕ ਹੁੰਦਾ ਚੱਕ ਲਓ, ਹੁਣ ਇਸ ਇਲਾਕੇ ਦਾ ਨੁਕਸਾਨ ਕਰਨਾ ਸਾਡਾ ਪਰਪਸ ਆ। ਤੇ ਮੈਨੂੰ ਇੱਕ ਬਜ਼ੁਰਗ ਨੇ ਦੱਸਿਆ, ਕਹਿੰਦੇ ਰੇਲਵੇ ਲਾਈਨ ਦੇ ਗਾਡਰ ਵੀ ਚੱਕ ਲਏ ਲੋਕ, ਜਿਹੜੀ ਉਹਨਾਂ ਦੀ ਰੇਲਵੇ ਲਾਈਨ ਸੀ ਉਹਦੇ ਗਾਡਰ ਤੱਕ ਇੰਜਣ, ਮੋਟਰਾਂ, ਜਿਹੜੇ ਆਪਣੇ ਪੁਰਾਣੇ ਸਮੇਂ 'ਚ ਪੀਟਰ ਇੰਜਣ ਹੁੰਦੇ ਸੀ, ਜੋ ਕੁਛ ਕਿਸੇ ਦੇ ਹੱਥ ਲੱਗਿਆ ਉਹ ਚੱਕੀ ਆਇਆ। ਮਤਲਬ ਕੀ ਹੁੰਦਾ ਕਿ ਤਬਾਹੀ ਕਰਨੀ ਆ, ਤਬਾਹੀ ਨਾਲ ਦਹਿਸ਼ਤ ਪੈਣੀ ਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਪਤਾ ਸੀ ਕਿ ਸਰਹੰਦ ਨੂੰ ਜਿੱਤਣ ਤੋਂ ਪਹਿਲਾਂ ਇੱਕ ਤਬਾਹੀ ਕਰਨੀ ਪਏਗੀ ਤੇ ਇੱਕ ਦਹਿਸ਼ਤ ਪਾਉਣੀ ਪਊਗੀ। ਸੋ ਇਹ ਉਹਨਾਂ ਦੀ ਯੁੱਧ ਨੀਤੀ ਸੀਗੀ ਜੀ। ਤੇ ਹੁਣ ਕੁਛ ਸੂਈਏ, ਜਦੋਂ ਪਤਾ ਲੱਗਾ ਵਜੀਦ ਖਾਨ ਨੂੰ, ਉਹਨੇ ਕੁਛ ਸੂਈਏ ਭੇਜੇ ਕਿ ਪਤਾ ਕਰੋ ਬੰਦਾ ਕੌਣ ਆ। ਇੱਕ ਸੂਈਆ ਬਾਬਾ ਬੰਦਾ ਸਿੰਘ ਨੂੰ ਪਤਾ ਲੱਗ ਗਿਆ, ਫੜਿਆ ਗਿਆ, ਉਹਨੂੰ ਕੋਈ ਸਜ਼ਾ ਨਹੀਂ ਦਿੱਤੀ। ਉਹਨੂੰ ਕਹਿੰਦੇ ਤੈਨੂੰ ਮੈਂ ਮਾਰ ਸਕਦਾ, ਤੇ ਤੋਂ ਉਹਦੇ ਭੇਤ ਵੀ ਲੈ ਸਕਦਾ। ਸੂਈਏ ਨਾਲ ਬਹੁਤ ਕੁੱਤੇ ਖਾਣੀ ਹੁੰਦੀ ਆ ਜਦੋਂ ਫੜਿਆ ਜਾਂਦਾ ਜੀ। ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਕੁਛ ਨਹੀਂ, ਤੈਨੂੰ ਇੱਕ ਚਿੱਠੀ ਦੇਣੀ ਆ, ਇਹ ਜਾ ਕੇ ਤੂੰ ਵਜੀਦ ਖਾਨ ਨੂੰ ਦੇ ਦੇ। ਉਹ ਤਾਂ ਉਹਨੇ ਖਹਿੜਾ ਛਡਾਇਆ, ਕਹਿੰਦੇ ਦਿਓ ਜੀ ਮੈਂ ਦੇ ਦੂੰ। ਇੱਕ ਚਿੱਠੀ ਦੇ ਕੇ ਸੂਈਏ ਨੂੰ ਲਿਖ ਕੇ ਦੇਤਾ ਕਿ ਇੰਨੀ ਤਰੀਕ ਨੂੰ ਤੇਰਾ ਪਿੰਡ ਕੁੰਜਪੁਰਾ ਕਰਨਾਲ ਦੇ ਕੋਲੇ, ਉਹਦਾ ਜੱਦੀ ਪਿੰਡ ਸੀਗਾ ਵਜੀਦ ਖਾਨ ਦਾ, ਉਹਨੂੰ ਅਸੀਂ ਲੁੱਟਣਾ, ਢਾਉਣਾ ਤੇ ਮਾਰਨਾ, ਤਬਾਹ ਕਰਨਾ। ਜੇ ਤੇਰੇ 'ਚ ਹਿੰਮਤ ਆ ਉੱਥੇ ਆ ਕੇ ਸਾਡੇ ਨਾਲ ਮੁਕਾਬਲਾ ਕਰ ਲੈ। ਸਮਰਾ ਸਾਹਿਬ, ਚਿੱਠੀ ਪਹੁੰਚ ਗਈ ਵਜ਼ੀਰ ਖਾਨ ਕੋਲ ਜੀ, ਪਰ ਹੁਣ ਅਗਲੀ ਗੱਲਬਾਤ ਇਹ ਹੈ, ਸਾਡੇ ਕੋਲ ਅੱਜ ਦੇ ਪ੍ਰੋਗਰਾਮ 'ਚ ਸਮਾਂ ਨਹੀਂ ਹੈਗਾ। ਸੋ ਅਸੀਂ ਉਮੀਦ ਕਰਾਂਗੇ ਆਉਣ ਵਾਲੇ ਦਿਨ ਜਿਹੜੀ ਚਿੱਠੀ ਵਜ਼ੀਰ ਖਾਨ ਕੋਲ ਪਹੁੰਚੀ, ਅਸੀਂ ਇੱਥੋਂ ਗੱਲ ਅੱਗੇ ਤੋਰੀਏ ਅਗਲੀ ਲੜੀ ਦੇ ਵਿੱਚ, ਅਗਲੇ ਪ੍ਰੋਗਰਾਮ ਦੇ ਵਿੱਚ, ਤੇ ਫਿਰ ਕੀ ਅੱਗੇ ਗੱਲਬਾਤ ਹੋਈ, ਵਜ਼ੀਰ ਖਾਨ ਆਪਣਾ ਪਿੰਡ ਬਚਾ ਪਾਇਆ ਜਾਂ ਨਹੀਂ, ਜਾਂ ਕੀ ਗੱਲਬਾਤ ਹੋਈ, ਅਸੀਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਅੱਜ ਦੀ ਗੁਸਤਾਖੀ, ਅੱਜ ਲਈ ਮਾਫੀ, ਸਮਾਂ ਸਮਾਪਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਇੱਥੇ ਖਤਮ ਕਰਨਾ ਪੈਣਾ ਕਿਉਂਕਿ ਅੱਜ ਦਾ ਸਮਾਂ ਲਗਭਗ ਸਮਾਪਤ ਹੋ ਗਿਆ, ਪਰ ਇਸ ਲੜੀ ਨੂੰ ਅੱਗੇ ਜ਼ਰੂਰ ਤੋਰਾਂਗੇ। ਤੇ ਆਖਿਰ ਉਹ ਜਿਹੜੀ ਚਿੱਠੀ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਭੇਜੀ, ਉਹ ਚਿੱਠੀ ਪੜ੍ਹ ਕੇ ਔਰ ਕੀ ਮਹਿਸੂਸ ਹੋਇਆ ਵਜ਼ੀਰ ਖਾਨ ਨੂੰ, ਅੱਗੇ ਗੱਲਬਾਤ ਕੀ ਹੋਈ, ਕਿਵੇਂ ਪਿੰਡ ਲੁੱਟਿਆ ਜਾਂ ਫਿਰ ਵਜ਼ੀਰ ਖਾਨ ਨੇ ਬਚਾ ਲਿਆ, ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਦੇਖਾਂਗੇ। ਤਦ ਤੱਕ ਮੈਨੂੰ ਜੋਗਰਾਜ ਸਿੰਘ ਕਾਲੋਂ ਤੇ ਮੇਰੇ ਨਾਲ ਮਨਮੋਹਨ ਸਿੰਘ ਸਮਰਾ ਜੀ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।